प्यार भरी सत श्री अकाल। मैं हाँ सुखबीर सिंह शेरगिल। स्वागत करते हैं TVNRI दे नाल जुड़ चुके हो। मगधा मुद्दा प्रोग्राम लैके हाज़र हो चुके हैं। कोशिश करी दी है अजिहे मुद्दों के उत्ते गलबात करन दी, कोशिश करी दी है अजिहे मुद्दों के उत्ते चर्चा करन दी जिहड़े लोड़ींदे हुंदे ने लोकां तक इस मुद्दे की, इस चर्चा की जानकारी पहुँचदी करन दे लई हमेशा तत्पर रहंदे आ ते इसे लड़ी दे विच इस प्रोग्राम नूं भी जोड़दे होए तुहाडे मुखातिब होए आ। सो आम आदमी पार्टी के वलों CM भगवंत मान के वलों कीती इस वड्डी कार्रवाई के उपर चर्चा करांगे ते चर्चा करन दे लई मेरे नाल स्टूडियो दे विच मेरे सहायक मौजूद ने जसपाल सिंह संधू। संधू साहब स्वागत करते हैं। बहुत बहुत धन्यवाद शेरगिल जी। किवें वेखदे हो डॉक्टर विजय सिंगला जिन्हां दे वलों वड्डा रसूख पाया गया सी, आम आदमी पार्टी के वलों यकीन जताया गया, सेहत मंत्री की पदवी उन्होंने दित्ती गई ते उन्हां दे वलों रिश्वत मंग के अपना आउण वाला भविख जिहड़ा है वो सारा धुंधला कर लिया गया है। इस दे बारे की कहना चाहोगे? शेरगिल सब तो पहला ਤਾਂ ਪੰਜਾਬ ਦੀ ਸਰਕਾਰ ਬਣੀ ਹੈ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਅਹੁਦਾ ਮਿਲਣਾ, ਇੱਕ MLA ਜਦੋਂ ਜਿੱਤ ਕੇ ਜਾਂਦਾ ਔਰ ਇੰਨੀ ਲੀਡ ਹੋਵੇ, ਲੱਖ ਦੇ ਪਲੱਸ ਤੁਹਾਡੇ ਕੋਲ ਲੀਡ ਹੋਵੇ, ਤੁਸੀਂ ਵੱਡੀ ਲੀਡ ਦੇ ਨਾਲ ਇੱਕ ਵੱਡੀ ਟੱਕਰ ਹੋਵੇ ਜਿੱਥੇ ਤੁਹਾਡੇ ਓਪੋਨੈਂਟ ਦੀ, ਉੱਥੋਂ ਤੁਸੀਂ ਜਿੱਤੇ ਹੋ। ਲੋਕਾਂ ਨੇ ਤੁਹਾਨੂੰ ਇੰਨਾ ਵਿਸ਼ਵਾਸ ਦਿਵਾਇਆ, ਲੱਖ ਵੋਟ ਤੁਹਾਨੂੰ ਲੀਡ ਦੇ ਕੇ ਜਿਤਾਇਆ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਮੰਤਰੀ ਦਾ ਅਹੁਦਾ ਮਿਲਦਾ ਤਾਂ ਤੁਹਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ 1% ਕਮਿਸ਼ਨ ਮੰਗੋ, ਉੱਤੋਂ ਤੁਸੀਂ ਜਿਹੜੀ ਆ ਗੱਲ ਕਹੋ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ। ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਆ ਭ੍ਰਿਸ਼ਟਾਚਾਰ ਨੂੰ ਲੈ ਕੇ, ਰਿਸ਼ਵਤ ਨੂੰ ਲੈ ਕੇ। ਪਹਿਲਾਂ ਤੁਸੀਂ ਬਿਆਨ ਦਿੰਦੇ ਹੋ ਔਰ ਬਾਅਦ ਦੇ ਵਿੱਚ ਤੁਸੀਂ ਆਪ ਹੀ ਸਾਰੇ ਰਿਸ਼ਵਤ ਦੇ ਕਰਤਾ ਧਰਤਾ ਬਣ ਜਾਂਦੇ ਹੋ। ਇਹ ਤਾਂ ਸ਼ੇਰਗਿਲ ਉਹ ਗੱਲ ਹੋ ਗਈ ਵੀ ਥੁੱਕ ਕੇ ਚੱਟਣ ਵਾਲੀ ਗੱਲ ਹੈ। ਪਹਿਲਾਂ ਤੁਸੀਂ ਕਹੀ ਗਏ ਜਨਤਾ ਨੂੰ ਨਾ ਜੀ ਨਾ, ਅਸੀਂ ਤਾਂ ਇਮਾਨਦਾਰ ਹਾਂ, ਅਸੀਂ ਇਮਾਨਦਾਰ ਹੋਵਾਂਗੇ ਤਾਂ ਗਾੜੀ ਇਮਾਨਦਾਰ ਹੋਣਗੇ। ਹੁਣ ਤੁਹਾਡੇ ਕੋਲੋਂ 1% ਕਮਿਸ਼ਨ ਮੰਗੇ ਜਾ ਰਹੇ ਨੇ ਔਰ ਤੁਹਾਡੀ ਜਿਹੜੀ ਕਰਤੂਤ ਹੈ ਉਹ ਜਗ ਜ਼ਾਹਿਰ ਹੋ ਗਈ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਨਾ ਸਭ ਤੋਂ ਵਧੀਆ ਪੰਜਾਬ ਦੇ ਇਤਿਹਾਸ ਦੇ ਵਿੱਚ, ਕੀ ਮੇਰੇ ਹਿਸਾਬ ਨਾਲ ਇੰਡੀਆ ਦੇ ਇਤਿਹਾਸ ਦੇ ਵਿੱਚ ਅੱਜ ਪਹਿਲੀ ਵਾਰੀ ਹੋਈ ਹੋਣੀ ਹੈ ਕਿ ਕਿਸੇ ਮੰਤਰੀ ਨੂੰ ਉਸਦੀ ਹੀ ਪਾਰਟੀ ਦੇ ਵੱਲੋਂ ਬਰਖਾਸਤ ਕੀਤਾ ਗਿਆ। ਹਾਲਾਂਕਿ 2015 ਦੇ ਵਿੱਚ ਦਿੱਲੀ ਦੇ ਵਿੱਚ ਕੀਤਾ ਗਿਆ ਸੀ ਫੂਡ ਮਿਨਿਸਟਰ ਨੂੰ। ਔਰ ਇਹ ਵੱਡੀ ਗੱਲ ਇਹ ਹੈ ਕਿ ਉਸੇ ਹੀ ਪਾਰਟੀ ਜਿਹੜਾ ਸਟਿੰਗ ਆਪਰੇਸ਼ਨ ਕਰਦੀ ਹੈ, ਸਬੂਤਾਂ ਦੇ ਤਹਿਤ ਸਾਰੀ ਜਿਹੜੀ ਆ ਅੱਗੇ ਜਾਂਚ ਪੜਤਾਲ ਕਰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਜਦੋਂ ਦੋਸ਼ੀ ਪਾਏ ਜਾਂਦੇ ਆ ਔਰ CM ਦੇ ਵੱਲੋਂ ਸਾਹਮਣੇ ਬਿਠਾ ਕੇ ਕੈਬਨਿਟ ਤੋਂ ਰਿਕਾਰਡਿੰਗ ਚਲਾਈ ਜਾਂਦੀ ਹੈ ਵੀ ਭਾਈ ਦੱਸ ਆ ਤੂੰ ਹੀ ਹੈ, ਆ ਤੇਰੀ ਰਿਕਾਰਡਿੰਗ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਹੋਰ ਕਹਿ ਦਈਏ ਤੇ ਤੂੰ ਮੁੱਕਰ ਜਾਵੇਂ ਕਿ ਮੇਰੀ ਰਿਕਾਰਡਿੰਗ ਨਹੀਂ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਬੜਾ ਜਿਗਰਾ ਚਾਹੀਦਾ ਆਪਣੇ ਕੈਬਨਿਟ ਮੰਤਰੀ ਨੂੰ ਸਾਹਮਣੇ ਬਿਠਾ ਕੇ ਰਿਕਾਰਡਿੰਗ ਸੁਣਾਉਣੀ। ਤੇ ਰਿਕਾਰਡਿੰਗ ਜਦੋਂ ਦੋਸ਼ੀ ਪਾਇਆ ਜਾਂਦਾ ਉਹ ਕਹਿੰਦਾ ਜੀ ਮੈਂ ਤਾਂ ਜੁਰਮ ਕਬੂਲ ਕਰ ਲਿਆ ਜੀ, ਮੇਰੀ ਹੈ। ਉਸ ਤੋਂ ਬਾਅਦ ਦੇ ਵਿੱਚ ਜਨਤਕ ਹੋ ਕੇ ਇੱਕ ਵੀਡੀਓ ਪਾਉਣੀ ਕਿ ਸਾਡੀ ਪਾਰਟੀ ਦਾ ਕੈਬਨਿਟ ਮਿਨਿਸਟਰ ਜਿਹੜਾ ਵਿਜੇ ਸਿੰਗਲਾ ਨੇ ਔਰ ਹੁਣ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿਉਂਕਿ ਉਹਨਾਂ ਦੇ ਉੱਪਰ ਰਿਸ਼ਵਤ ਲੈਣ ਦੇ ਆਰੋਪ ਲੱਗੇ ਨੇ, ਕਰਪਸ਼ਨ ਦਾ ਪਰਚਾ ਦਰਜ ਉਹਨਾਂ ਦੇ ਉੱਪਰ ਹੋਇਆ ਔਰ 1% ਕਮਿਸ਼ਨ ਮੰਗਦੇ ਸੀਗਾ। ਜਿਹੜਾ ਵੀ ਟੈਂਡਰ ਨਿਕਲਿਆ ਸ਼ੇਰਗਿਲ ਹਸਪਤਾਲ ਨੂੰ ਲੈ ਕੇ ਜਾਂ ਸਿਹਤ ਨੂੰ ਲੈ ਕੇ, ਸਾਂਭ ਲਓ ਕਿ ਜਿਹੜਾ ਸਿਹਤ ਮੰਤਰਾਲੇ ਦੇ ਵਿੱਚ ਕੋਈ ਵੀ ਟੈਂਡਰ ਨਿਕਲੇ, ਭਾਵੇਂ ਉਹ ਹਸਪਤਾਲ ਦੀਆਂ ਦਵਾਈਆਂ ਹੋਣ, ਭਾਵੇਂ ਕੋਈ ਵੀ ਕਿੱਟ ਹੋਵੇ, ਭਾਵੇਂ ਫਰਨੀਚਰ ਹੋਵੇ, ਭਾਵੇਂ ਮਸ਼ੀਨਰੀ ਹੋਵੇ, ਕੋਈ ਵੀ ਚੀਜ਼ ਹੋਵੇ, ਹਰੇਕ ਚੀਜ਼ ਵਾਸਤੇ ਟੈਂਡਰ ਨਿਕਲਦਾ। ਉਹਨਾਂ ਦੇ ਵਿਭਾਗ ਦੇ ਨਾਲ ਸੰਬੰਧਿਤ ਕੋਈ ਵੀ ਕਾਰਗੁਜ਼ਾਰੀ ਹੋਣੀ ਹੈ ਉਹਦਾ ਟੈਂਡਰ, ਕੋਈ ਵੀ ਜਿਹੜੀ ਵੀ ਉਹਨਾਂ ਦੇ ਨਾਲ ਕਾਰਵਾਈ ਹੁੰਦੀ ਹੈ ਜਾਂ ਫਿਰ ਕੋਈ ਟੈਂਡਰ ਨਿਕਲਦਾ ਹੈ ਸਿਹਤ ਮੰਤਰਾਲੇ ਦੇ ਨਾਲ ਜੁੜਿਆ ਹੋਇਆ, ਬਿਲਡਿੰਗਾਂ ਵੱਡੀਆਂ ਵੱਡੀਆਂ ਬਣਦੀਆਂ ਤਾਂ ਉਹਨਾਂ ਦਾ ਟੈਂਡਰ ਹੀ ਹਜ਼ਾਰਾਂ ਕਰੋੜਾਂ ਦੇ ਵਿੱਚ ਹੁੰਦਾ ਹੈ। ਉਹ ਤਾਂ 200 300 ਹਜ਼ਾਰ ਕਰੋੜ ਦਾ ਉਹਨਾਂ ਨੂੰ ਟੈਂਡਰ ਜਾਂਦਾ ਜਿਹੜੇ ਇਮਾਰਤਾਂ ਨਵਾਂ ਹਸਪਤਾਲ ਬਣਦਾ ਕਿਤੇ ਜਾਂ ਫਿਰ ਕਿਤੇ ਦੂਸਰਾ ਕੋਈ ਮੁਹੱਲਾ ਕਲੀਨਿਕ ਹੁਣ ਤਾਂ ਬਣਦੇ ਨੇ 75 ਮੁਹੱਲਾ ਕਲੀਨਿਕ ਬਣਦੇ ਤਾਂ ਦੇਖੋ ਵੀ ਕਿੱਡਾ ਵੱਡਾ ਇਹ ਜਿਹੜੀ ਕਰਪਸ਼ਨ ਹੋਣੀ ਸੀ, ਕਿੱਡੇ ਵੱਡੇ ਪੱਧਰ ਤੇ। ਇਹ ਲੱਖਾਂ ਚ ਨਹੀਂ, ਕਰੋੜਾਂ ਚ ਨਹੀਂ, ਹਜ਼ਾਰਾਂ ਕਰੋੜਾਂ ਦੇ ਵਿੱਚ ਪੈਸੇ ਅੰਦਰ ਹੋਣੇ ਸੀ। ਜੇਕਰ ਗੱਲ ਕਰੀਏ ਸ਼ੇਰਗਿਲ ਸਭ ਤੋਂ ਪਹਿਲਾਂ ਸਿਹਤ ਮੰਤਰਾਲੇ ਦੇ ਵਿੱਚ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ 100 ਕਰੋੜ ਦਾ ਟੈਂਡਰ ਤਾਂ ਆਮ ਹੈ। 100 ਕਰੋੜ 200 ਕਰੋੜ ਇਹ ਤਾਂ ਮਹੀਨੇ 2 ਮਹੀਨਿਆਂ ਦੇ ਵਿੱਚ ਨਿਕਲਦੇ ਹੀ ਰਹਿੰਦੇ ਨੇ, ਭਾਵੇਂ ਉਹ ਵੈਕਸੀਨ ਨੂੰ ਲੈ ਕੇ ਹੋਵੇ, ਭਾਵੇਂ ਦਵਾਈਆਂ ਨੂੰ ਲੈ ਕੇ ਹੋਵੇ, ਭਾਵੇਂ ਕਿੱਟਾਂ ਨੂੰ ਕਿਉਂ ਨਾ ਲੈ ਕੇ ਹੋਵੇ। ਤਾਂ ਸਿੱਧੇ ਤੌਰ ਤੇ ਗੱਲ ਹੈ ਜੇਕਰ 100 ਕਰੋੜ ਰੁਪਏ ਦਾ ਟੈਂਡਰ ਨਿਕਲਦਾ ਹੈ ਤਾਂ 1% ਦੇ ਹਿਸਾਬ ਦੇ ਨਾਲ 1 ਕਰੋੜ ਰੁਪਈਆ ਜੇਬ ਦੇ ਵਿੱਚ, ਨਾ ਕੁਝ ਕਰਨਾ ਹੈ, ਬਸ ਬਹਿਣਾ ਹੈ ਔਰ ਕਹਿਣਾ ਹੈ ਕਿ ਹਾਂਜੀ ਜੀ ਸਾਨੂੰ ਕਮਿਸ਼ਨ ਚਾਹੀਦਾ। 100 ਕਰੋੜ ਰੁਪਈਏ ਦੇ ਟੈਂਡਰ ਦੇ ਪਿੱਛੇ 1 ਕਰੋੜ ਰੁਪਈਆ ਤੁਸੀਂ ਜੇਬ 'ਚ ਪਾ ਲੈਣਾ ਚੁੱਪ ਚਪੀਤੇ। ਤਾਂ ਉਸ ਦੇ ਉੱਪਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਜਿਹੜੇ ਮੁਹੱਲਾ ਕਲੀਨਿਕ ਬਣਦੇ ਆ ਔਰ ਜਿਹੜੀਆਂ ਕੋਈ ਨਵੀਆਂ ਉਸਾਰੀਆਂ ਚੱਲ ਰਹੀਆਂ ਨੇ ਹਸਪਤਾਲਾਂ ਦੀਆਂ ਜਾਂ ਹਸਪਤਾਲ ਦੇ ਵਿੱਚ ਕੰਮ ਚੱਲ ਰਹੇ ਨੇ ਹੁਣ, ਕਿਉਂਕਿ ਤਬਦੀਲੀ ਆਉਣੀ ਸ਼ੁਰੂ ਹੋਈ ਹੈ, ਭਾਵੇਂ ਉਹ ਅਸੀਂ ਬੈੱਡਾਂ ਨੂੰ ਲੈ ਕੇ ਕਹਿ ਲਈਏ ਜਾਂ ਫਿਰ ਨਵੀਂ ਕੋਈ
ਟੈਕਸੀ ਨੂੰ ਲੈ ਕੇ ਕਹਿ ਲਈਏ ਜੀ। ਤਾਂ ਵੱਡਾ ਇੱਕ ਜਿਹੜਾ ਪੰਜਾਬ ਦੇ ਵਿੱਚ ਰਿਸ਼ਵਤ ਹੋਣੀ ਸੀ ਨਾ ਵੱਡੇ ਪੱਧਰ ਦੀ ਕਰੋੜਾਂ ਦੇ ਵਿੱਚ, ਤਾਂ ਉਹਨੂੰ ਮੈਂ ਤਾਂ ਕਹਿੰਦਾ ਚੰਗਾ ਸਮਾਂ ਰਹਿੰਦੇ ਆ ਜਿਹੜਾ ਮਾਨ ਸਰਕਾਰ ਨੇ ਉਹ ਤੇ ਨੱਥ ਪਾ ਲਈ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਦੀ ਗੱਲ ਕਰਦੇ ਰਹੇ ਆ, ਆਮ ਆਦਮੀ ਪਾਰਟੀ ਦਾ ਦੋ ਹੀ ਪ੍ਰੋਪੋਗੰਡੇ ਮੇਨ ਰਹੇ ਨੇ, ਇੱਕ ਤਾਂ ਐਜੂਕੇਸ਼ਨ ਵੀ ਸਿਹਤ ਸਹੂਲਤਾਂ ਨੂੰ ਲੈ ਕੇ ਇਹਨਾਂ ਨੇ ਦੋ ਹੀ ਇਹਨਾਂ ਦੇ ਟਾਰਗੇਟ ਰਹੇ ਆ ਕਿ ਇਹਨਾਂ ਨੂੰ ਸੁਧਾਰ ਦੇਣਾ ਤਾਂ ਜਿਹੜਾ ਪੰਜਾਬ ਆ ਉਹਦੇ ਵਿੱਚ ਖੁਸ਼ਹਾਲੀ ਦੀ ਲਹਿਰ ਜਿਹੜੀ ਹੈ ਉਹ ਦੁਬਾਰਾ ਆ ਜਾਵੇਗੀ। ਤਾਂ ਵੱਡਾ ਇੱਕ ਵੱਡੀ ਸ਼ਲਾਘਾਯੋਗ ਕਦਮ ਹੈ ਸੀਐਮ ਮਾਨ ਦਾ ਕਿ ਉਹਨਾਂ ਦੇ ਵੱਲੋਂ ਨੱਥ ਪਾਈ ਗਈ ਹੈ। ਸਮਾਂ ਰਹਿੰਦਿਆਂ ਕਰੋੜਾਂ ਦੀ ਘਪਲਾ ਹੋਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਜਿਹੜਾ ਨੋਟਿਸ ਕਰ ਦਿੱਤਾ ਹੈ, ਬਰਖਾਸਤ ਕਰ ਦਿੱਤਾ ਹੈ, ਕੈਬਨਿਟ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਹੈ ਤੇ FIR ਕਰ ਦਿੱਤੀ ਹੈ ਤੇ ਅੱਜ ਪੁੱਛਗਿੱਛ ਵੀ ਹੋ ਰਹੀ ਹੈ। 27 ਤਰੀਕ ਤੱਕ ਦਾ ਰਿਮਾਂਡ ਜਿਹੜਾ ਸਿੰਗਲੇ ਦਾ ਪੁਲਿਸ ਨੇ ਲੈ ਲਿਆ, ਮੋਹਾਲੀ ਪੁਲਿਸ ਨੇ, ਔਰ DSP ਵਿਕਰਮ ਸਿੰਘ ਜਿਹੜੀ ਹੈ ਉਹ ਪੁੱਛਗਿੱਛ ਕਰ ਰਹੇ ਨੇ ਤੇ ਹੋਰ ਵੀ ਖੁਲਾਸੇ ਨਿਕਲ ਸਕਦੇ ਨੇ। ਹਾਲਾਂਕਿ ਕੀ ਪਤਾ ਜੇ ਪਹਿਲਾਂ 1 ਮਹੀਨੇ ਦੇ ਵਿੱਚ ਕਈ ਟੈਂਡਰ ਨਿਕਲੇ ਨੇ ਉਹਨਾਂ ਤੋਂ ਕਮਾ ਲਿਆ ਹੋਣ ਉਹਨਾਂ ਜੀ। ਇੱਥੇ ਸੰਧੂ ਸਾਹਿਬ ਇੱਕ ਇਹ ਵੀ ਚੀਜ਼ ਹੈ ਕਿ ਇਹ ਤਾਂ ਮੰਤਰੀ ਸੀ ਆਮ ਆਦਮੀ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ, ਆਮ ਆਦਮੀ ਪਾਰਟੀ ਦੇ ਵੱਲੋਂ ਮਾਣ ਬਖਸ਼ਿਆ ਗਿਆ, ਉਹਨਾਂ ਨੂੰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਜੀ। ਪਰ ਮੈਂ ਗੱਲ ਕਰਦਾ ਅੱਜ ਤੋਂ 4-5 ਮਹੀਨੇ ਪਹਿਲਾਂ ਜਦੋਂ ਸਿਹਤ ਮੰਤਰੀ ਪੰਜਾਬ ਦੀ ਪੁਰਾਣੀ ਸਰਕਾਰ ਦੇ ਸੀ, ਉਸ ਵਕਤ ਹੋਣ ਵਾਲੇ ਘਪਲੇ ਦੀ ਜੇਕਰ ਗਿਣਤੀ ਕਰੀਏ ਜਾਂ ਫਿਰ ਅਨੁਮਾਨ ਲਗਾਇਆ ਜਾਵੇ, ਗਿਣਤੀ ਤਾਂ ਹਾਲਾਂਕਿ ਅਸੀਂ ਨਹੀਂ ਕਰ ਸਕਦੇ ਏਡੀ ਵੱਡੀ ਰਕਮ ਦੀ, ਮੇਰਾ ਵਿਚਾਰ ਇਹ ਹੈ ਤੁਹਾਡੇ ਕੋਲ ਪ੍ਰਸ਼ਨ ਪੁੱਛਣ ਦਾ ਕਿ ਗੱਲ ਇਸ ਤਰੀਕੇ ਨਾਲ ਆਪਾਂ ਕਰੀਏ ਕਿ ਜਿਹੜਾ ਹੁਣ ਤਾਂ ਇਹਨਾਂ ਦੇ ਵੱਲੋਂ ਫੜ ਲਿਆ ਗਿਆ ਡਾਕਟਰ ਵਿਜੇ ਸਿੰਗਲਾ ਦੇ ਉੱਤੇ ਕਾਰਵਾਈ ਹੋ ਗਈ ਹੈ, ਪਰ ਪਿਛਲੇ ਸਮੇਂ ਦੇ ਵਿੱਚ ਕਿੱਡੇ ਵੱਡੇ ਮਿਆਰ ਦੇ ਉੱਤੇ ਰਿਸ਼ਵਤਖੋਰੀ ਹੋਈ ਹੋਣੀ ਹੈ ਕਿਉਂਕਿ ਡਾਕਟਰ ਵਿਜੇ ਸਿੰਗਲਾ ਦੇ ਵੱਲੋਂ ਕਿਤੇ ਨਾ ਕਿਤੇ ਲਿਹਾਜ਼ ਕਰਕੇ 1% ਮੰਗਿਆ ਗਿਆ। ਮੈਨੂੰ ਲੱਗਦਾ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਇਸ ਤੋਂ ਪ੍ਰਤੀਸ਼ਤ ਜ਼ਿਆਦਾ ਵਧਾ ਕੇ ਮੰਗੇ ਜਾਂਦੇ ਹੋਣੇ ਨੇ ਜਾਂ ਫਿਰ ਸਿੱਧੇ ਤੌਰ ਦੇ ਉੱਤੇ ਕੋਸ਼ਿਸ਼ ਵੀ ਨਹੀਂ ਇਦਾਂ ਨਹੀਂ ਕੀਤੀ ਜਾਂਦੀ ਹੋਣੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗਤੀਵਿਧੀ ਪਾਈ ਗਈ ਹੈ। ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਉੱਤੇ ਚੜਿਆ ਜਿਹੜਾ 3.5 ਲੱਖ ਕਰੋੜ ਦਾ ਕਰਜ਼ਾ ਹੈ, ਇਸ ਦੇ ਵਿੱਚ ਅਜਿਹੀਆਂ ਰਿਸ਼ਵਤਖੋਰੀਆਂ ਮੋਟੇ ਤੌਰ ਦੇ ਉੱਤੇ ਹੁੰਦੀਆਂ ਨੇ ਤੇ ਆਮ ਲੋਕਾਂ ਦੀ ਜੇਬ ਦੇ ਉੱਤੇ ਸਰੋਂ ਦਾ ਤੇਲ ਮਹਿੰਗਾ ਕਰਕੇ, ਆਮ ਖੰਡਾਂ ਮਹਿੰਗੀਆਂ ਕਰਕੇ ਜਾਂ ਪੈਟਰੋਲ ਦੇ ਖਰਚੇ ਵਧਾ ਕੇ ਇਹ ਖਰਚੇ ਸਾਰੇ ਪਾ ਕੇ ਤਾਂ ਉਹਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਵੱਡੇ ਸੱਪ ਜਿਹੜੇ ਬੈਠੇ ਨੇ ਉਹਨਾਂ ਦੇ ਵੱਲੋਂ ਇਨ ਬਿਨ ਇਸ ਤਰੀਕੇ ਦੇ ਨਾਲ ਹੀ ਰਿਸ਼ਵਤਖੋਰੀ ਕਰਕੇ ਪੰਜਾਬ ਨੂੰ ਥੱਲੇ ਲਾਉਣ ਦੀ ਗੱਲ ਕੀਤੀ ਜਾਂਦੀ ਹੈ। ਸ਼ੇਰਗਿੱਲ, ਜਦੋਂ ਵੀ ਕੋਈ ਨਵਾਂ ਬੰਦਾ ਆਉਂਦਾ ਹੈ, ਕਿਸੇ ਨੂੰ ਅਹੁਦਾ ਮਿਲਦਾ ਹੈ ਜਾਂ ਵੱਡੀ ਪੋਜੀਸ਼ਨ ਦੇ ਉੱਪਰ ਆਉਂਦਾ ਹੈ ਤਾਂ ਉਹ ਕਹਿੰਦੇ ਨਾ ਵੀ ਸਿਆਣੇ ਜੀ ਛੋਟਾ ਚੋਰ ਜਦੋਂ ਚੋਰ ਬਣਦਾ ਤਾਂ ਛੋਟੀ ਚੋਰੀ ਤੋਂ ਸ਼ੁਰੂ ਕਰਦਾ ਹੈ। ਕੋਈ ਪੈਨ ਚੁਰਾ ਲਿਆ ਜੀ, ਕੋਈ ਕਾਪੀ ਪੈਨਸਲ ਚੁਰਾ ਲਈ, ਉਸ ਤੋਂ ਬਾਅਦ ਦੇ ਵਿੱਚ ਕੋਈ ਮੁੰਦੀ ਸੋਨੇ ਦੀ ਕੋਈ ਅੰਗੂਠੀ ਚੁਰਾ ਲਈ ਤੇ ਉਦੋਂ ਬਾਅਦ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਨੂੰ ਬੈਂਕ ਰੋਬਰੀਆਂ ਨੂੰ ਜਿਹੜਾ ਅੰਜਾਮ ਦਿੰਦਾ। ਤਾਂ ਜੇਕਰ ਗੱਲ ਕਰੀਏ ਅਜੇ ਤਾਂ ਸ਼ੁਰੂਆਤ ਹੀ ਹੋਈ ਹੈ, 1-1.5 ਮਹੀਨਾ ਨਹੀਂ ਹੋਇਆ ਉਹਨਾਂ ਨੂੰ ਮੰਤਰੀ ਜਿਹੜਾ ਅਲਾਟ ਕੀਤਾ ਸੀਗਾ ਵੀ ਤੁਹਾਨੂੰ ਜਿਹੜਾ ਸਿਹਤ ਮੰਤਰੀ ਦਾ ਅਹੁਦਾ ਦੇ ਦਿੰਨੇ ਆ। ਹਾਲਾਂਕਿ ਤਾਂ ਸ਼ੁਰੂਆਤ ਹੈ ਤੇ ਸ਼ੁਰੂਆਤੀ ਦੌਰ ਦੇ ਵਿੱਚ ਹੀ 1-1.5 ਮਹੀਨੇ ਦੇ ਵਿੱਚ ਹੀ 1% ਆ ਗਿਆ ਹੈ। ਪਤਾ ਨਹੀਂ 6 ਮਹੀਨਿਆਂ ਨੂੰ ਇਹ 5 ਹੋਣਾ ਸੀ ਕਿ 10 ਹੋਣਾ ਸੀ, ਔਰ ਪਤਾ ਨਹੀਂ ਸਾਲ ਨੂੰ ਇਹ 20% ਨਹੀਂ ਹੋ ਜਾਣਾ। ਔਰ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਇਹ ਤਾਂ ਇਸ ਸਰਕਾਰ ਦੀ ਗੱਲ ਕਰਦੇ ਆ। ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਸ਼ੇਰਗਿੱਲ ਸਭ ਤੋਂ ਪਹਿਲਾਂ ਤਾਂ ਮੈਂ ਹੈਰਾਨ ਆ ਵੀ ਟੈਂਡਰ ਹਜ਼ਾਰਾਂ ਕਰੋੜਾਂ ਰੁਪਏ ਦੇ ਵਿੱਚ ਨਿਕਲਦੇ ਨੇ, ਇੰਨੀ ਵੱਡੀ ਮਾਤਰਾ ਦੇ ਵਿੱਚ ਟੈਂਡਰ ਨਿਕਲਦੇ ਨੇ, ਹਜ਼ਾਰਾਂ ਕਰੋੜਾਂ ਰੁਪਏ ਕੀਮਤ ਹੁੰਦੀ ਹੈ। ਔਰ ਤੁਸੀਂ ਸੋਚ ਕੇ ਦੇਖੋ ਵੀ ਜੇਕਰ ਵਾਕਿਆ ਹੀ ਇਦਾਂ ਦੀ ਗੱਲ ਚੱਲਦੀ ਹੈ, ਕਮਿਸ਼ਨ ਮੰਤਰੀ ਲੈਂਦੇ ਨੇ, ਤਾਂ ਸ਼ੇਰਗਿੱਲ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਚੜਿਆ ਇਹਨੂੰ ਤਾਂ 4 ਲੱਖ ਕਰੋੜ ਹੁੰਦਿਆਂ ਸਮਾਂ ਹੀ ਨਹੀਂ ਲੱਗਣਾ। ਸਾਰੇ ਪੈਸੇ ਤਾਂ ਮੰਤਰੀਆਂ ਦੇ ਜੇਬਾਂ ਦੇ ਵਿੱਚ ਜਾ ਰਹੇ ਨੇ, ਔਰ ਜਿਹੜੇ ਟੈਂਡਰ ਦੀ ਤੁਹਾਨੂੰ ਕੀ ਲੱਗਦਾ ਉਹ ਟੈਂਡਰ ਵਾਲੇ ਆਪਣੇ ਪੱਲਿਓਂ ਦੇਣਗੇ? ਨਾ ਜੀ ਨਾ, ਉਹਨਾਂ ਮਟੀਰੀਅਲ ਮਾੜਾ ਲਾ ਦੇਣਾ ਆ, ਉਹੀ ਉਹਦੀ ਕੁਆਂਟੀਟੀ ਜਿਹੜੀ ਆ ਘਟਾ ਦੇਣੀ ਆ, ਉਸ ਚੀਜ਼ ਨੂੰ ਮਹਿੰਗਾ ਕਰ ਦੇਣਾ। ਔਰ ਇਹਦੇ ਵਿੱਚ ਕਿਹਦਾ ਫਾਇਦਾ ਹੋ ਰਿਹਾ? ਇਹਦੇ ਵਿੱਚ ਸਿਰਫ ਮੰਤਰੀਆਂ ਦਾ ਫਾਇਦਾ ਹੋ ਰਿਹਾ, ਔਰ ਘਟਾ ਕਿਹਦਾ ਹੋ ਰਿਹਾ ਹੈ? ਆਮ ਲੋਕਾਂ ਦਾ, ਕਿਉਂਕਿ ਆਮ ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਜੇਕਰ ਸਿਹਤ ਸਹੂਲਤਾਂ ਦੀ ਗੱਲ ਕਰੀਏ, ਹੁਣ ਦਵਾਈਆਂ ਨੂੰ ਲੈ ਕੇ ਵੀ ਦਵਾਈਆਂ ਦੀ 2 ਤਰ੍ਹਾਂ ਦੀ ਕਿਸਮ ਹੁੰਦੀ ਹੈ, 2 ਤਰ੍ਹਾਂ ਦੀ ਕਿਸਮਾਂ। ਉਹਦੇ ਵਿੱਚ ਵੀ ਕੁਝ ਦਵਾਈ ਵਧੀਆ ਹੁੰਦੀ ਹੈ ਔਰ ਕੁਝ ਦਵਾਈ ਬਿਲਕੁਲ ਹੀ ਘਟਾ ਹੁੰਦੀ ਹੈ ਜਿਹੜੀ ਕਿ ਮਾਸਾ ਅਸਰ ਨਹੀਂ ਕਰਦੀ। ਹੁਣ ਜੇਕਰ ਦਵਾਈਆਂ ਦਾ ਟੈਂਡਰ ਪਾਸ ਹੋਇਆ, ਤੁਸੀਂ ਮੇਰੇ ਕੋਲੋਂ ਮੰਗ ਕਰ ਰਹੇ ਹੋ ਜੀ 1 ਕਰੋੜ ਰੁਪਇਆ ਮੈਨੂੰ ਦੇ ਦਿਓ, ਔਰ ਮੰਨ ਲਓ ਜੇ 1 ਕਰੋੜ ਰੁਪਇਆ ਉਹਨੂੰ ਹੀ ਬਚਦਾ ਹੋਇਆ, ਉਹ ਵੀ ਚਲੋ ਚੰਗੀ ਦਵਾਈ ਦੇ ਕੇ ਜੇ 1 ਕਰੋੜ ਰੁਪਇਆ ਉਹਨੇ ਤੁਹਾਨੂੰ ਦੇਤਾ ਤਾਂ ਉਹਨਾਂ ਤਾਂ ਫਿਰ 2 ਕਰੋੜ ਰੁਪਇਆ ਕਮਾਉਣਾ। ਉਹ ਕਿੱਦਾਂ ਕਮਾਊਗਾ? ਉਹਨੇ ਜਾਂ ਤਾਂ ਨਕਲੀ ਦਵਾਈ ਵੇਚ ਦੇਣੀ ਹੈ ਜਾਂ ਫਿਰ ਉਹਨੇ ਦਵਾਈਆਂ ਦੇ ਵਿੱਚੋਂ ਜਿਹੜੀ ਚੋਰੀ ਕਰਨੀ ਸ਼ੁਰੂ ਕਰ ਦੇਣੀ। ਠੀਕ ਹੈ, ਔਰ ਕਿਤੇ ਨਾ ਕਿਤੇ ਅਸੀਂ ਇੱਕ ਫਾਇਦਾ ਸੋਚ ਕੇ ਉਹਦੇ ਨਾਲ ਜੇ 1 ਕਰਪਸ਼ਨ ਹੁੰਦੀ ਹੈ ਨਾ ਤੇ 4 ਕਰਪਸ਼ਨ ਹੋਰ ਜਨਮ ਲੈਂਦੀਆਂ ਨੇ। ਜੇਕਰ ਅੱਜ 1% ਲਿਆ ਜਾਂਦਾ
ਤਾਂ ਜਿੰਨੇ 1% ਦੇਣਾ ਸੀ ਉਹਨੇ 2% ਕੱਢਣਾ ਸੀ, ਔਰ 2% ਜਿਹਦੇ ਵਿੱਚੋਂ ਕੱਢਿਆ ਜਾਣਾ ਸੀ ਉਹਦੇ ਵਿੱਚ ਪਤਾ ਨਹੀਂ ਦਵਾਈਆਂ ਦੀ ਚੋਰੀ ਹੋਣੀ ਸੀ, ਉਹਦੇ ਵਿੱਚ ਰੇਟ ਵਧਾ ਦਿੱਤਾ ਜਾਣਾ ਸੀ, ਜਿਹਦੇ ਨਾਲ ਨੁਕਸਾਨ ਕਿਹਦਾ ਹੋਣਾ ਸੀ? ਆਮ ਲੋਕਾਂ ਦਾ, ਜਿਹੜੇ ਸਿਹਤ ਦੀ ਮੰਨ ਲਓ ਹੁਣ ਇੱਕ ਹਸਪਤਾਲ ਦੇ ਵਿੱਚ ਮਰੀਜ਼ ਨੇ, ਖਿਲਵਾੜ ਕਿਹਨਾਂ ਦੇ ਨਾਲ ਹੋਣਾ ਸੀ? ਮਰੀਜ਼ ਦੇ ਨਾਲ। ਤਾਂ ਮੈਂ ਤਾਂ ਕਹਿਣਾ ਹੈ ਕਿ ਪਹਿਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਔਰ ਅੱਜ ਖਹਿਰਾ ਸਾਹਿਬ ਨੇ ਵੀ ਕਿਹਾ ਔਰ ਸੁਖਜਿੰਦਰ ਰੰਧਾਵਾ ਨੇ ਵੀ ਕਿਹਾ ਕਿ ਕੈਪਟਨ ਤੇ ਵੀ ਕਾਰਵਾਈ ਕਰੋ। ਭਾਈ ਸਾਹਿਬ ਉਹਨਾਂ ਦੇ ਅਸੀਂ ਉਹ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਤਰਾਸਦੀ ਹੈ, ਦੁੱਖ ਹੈ ਕਿ ਅਸੀਂ ਅਹੁਦੇ ਤੇ ਹੋ ਕੇ ਵੀ ਕਾਰਵਾਈ ਜਿਹੜੀ ਉਹ ਨਹੀਂ ਕਰ ਸਕੇ। ਤੁਸੀਂ ਇੱਥੋਂ ਗੈਸ ਕਰ ਸਕਦੇ ਹੋ ਕਿ ਗ੍ਰਹਿ ਮੰਤਰੀ ਕਹਿੰਦਾ ਹੋਵੇ ਸੂਬੇ ਦਾ ਕਿ ਭਾਈ ਸਾਹਿਬ ਮੈਂ ਗ੍ਰਹਿ ਮੰਤਰੀ ਸੀ ਤੇ ਮੇਰੇ ਹੱਥ ਦੇ ਵਿੱਚ ਇੰਨੀ ਪਾਵਰ ਨਹੀਂ ਕਿ ਮੈਂ ਆਪਣਿਆਂ ਤੇ ਕਾਰਵਾਈ ਕਰ ਸਕਾਂ। ਇਹ ਪਾਵਰਾਂ ਰਹਿ ਕਿੱਥੇ ਗਈਆਂ? ਕਿਉਂਕਿ ਪਾਵਰ ਦਿੱਤੀ ਜਾਂਦੀ ਹੈ, ਆਮ ਲੋਕਾਂ ਦੇ ਵੱਲੋਂ ਜਿਤਾਇਆ ਜਾਂਦਾ ਹੈ, ਤੁਹਾਨੂੰ ਪਾਵਰ ਦਿੱਤੀ ਜਾਂਦੀ ਹੈ, ਸਰਕਾਰ ਤੁਹਾਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਪਦਵੀ ਹੈ, ਤੇ ਗ੍ਰਹਿ ਮੰਤਰੀ ਦਾ ਇਹ ਕਹਿਣਾ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾਉਂਦਾ ਹੈ ਕਿ ਤੁਹਾਡੇ ਵੱਲੋਂ ਵੀ ਕਾਰਗੁਜ਼ਾਰੀਆਂ, ਜਾਂ ਤਾਂ ਫਿਰ ਇਨਸਾਨ ਤਾਂ ਉਹੀ ਹੈ, ਮੈਂ ਸੱਚ ਬੋਲਾਂਗਾ, ਮੈਨੂੰ ਪਤਾ ਹੈ ਮੈਂ ਕਾਣਾ ਨਹੀਂ, ਜਦੋਂ ਦੂਸਰਾ ਬੰਦਾ ਮੈਂ ਤੁਹਾਡੇ ਕੋਲੋਂ ਕੁਝ ਲੈ ਕੇ ਕੋਈ ਚੀਜ਼ ਨਹੀਂ ਲਈ ਜਾਂ ਫਿਰ ਮੈਂ ਆਪਣੇ ਨਿੱਜੀ ਫਾਇਦੇ ਲਈ ਲਈ, ਤੁਹਾਡੇ ਨਾਲ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੇਰਾ ਫਾਇਦਾ ਹੋਵੇ ਤੇ ਹੋਰ ਲੋਕਾਂ ਦਾ ਨੁਕਸਾਨ ਹੋਵੇ, ਇਸੇ ਡਰ ਤੋਂ ਕਿ ਮੇਰਾ ਭੇਤ ਨਾ ਖੁੱਲ੍ਹ ਜਾਵੇ, ਤਾਂ ਨਹੀਂ ਕਿਤੇ ਸੁਖਜਿੰਦਰ ਰੰਧਾਵਾ ਜਦੋਂ ਗ੍ਰਹਿ ਮੰਤਰੀ ਬਣਦੇ ਨੇ, ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ, ਹੁਣ ਜਾ ਕੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਦੇ ਉੱਤੇ ਕਾਰਵਾਈ ਕਰੋ। ਆਪਣੇ ਰਹਿੰਦੇ ਸਮੇਂ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ, ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਮਿੱਟੀ ਪਲੀਤ ਇਸ ਤਰੀਕੇ ਦੀ ਕੀਤੀ ਗਈ ਕਿ ਉਹ ਦੂਸਰੀ ਪਾਰਟੀ ਬਣਾ ਕੇ ਭਾਜਪਾ ਵਰਗੀ ਪਾਰਟੀ ਦੇ ਨਾਲ ਰਲਦੇ ਰਹੇ, ਜਿਨ੍ਹਾਂ ਦਾ ਮਿਆਰ ਹੀ ਪੰਜਾਬ ਦੇ ਵਿੱਚ ਕੁਝ ਨਹੀਂ, ਜਿਨ੍ਹਾਂ ਦੇ ਬਾਰੇ ਸੋਚਣ ਲੱਗੇ ਵੀ ਲੋਕ ਮੱਥੇ ਦੇ ਉੱਤੇ ਤਿਉੜੀਆਂ ਪਾ ਲੈਂਦੇ ਨੇ ਕਿ ਭਾਜਪਾ ਛੱਡੋ ਪਰਾਂ, ਇਹਦੀ ਕੀ ਗੱਲ ਕਰਨੀ। ਇਹ ਸਾਰੀਆਂ ਚੀਜ਼ਾਂ ਕਰਦੇ ਹੋਏ ਸੁਖਜਿੰਦਰ ਰੰਧਾਵਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ, ਪੰਜਾਬ ਦੀ ਪੁਰਾਣੀ ਸਰਕਾਰ ਦੇ ਉੱਤੇ ਵੀ ਖੜੇ ਹੁੰਦੇ ਨੇ ਸਵਾਲ, ਤੇ ਮੁੱਖ ਮੰਤਰੀ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜਾ ਚੰਨੀ ਹੁੰਦਾ ਸੀ ਆਮ ਲੋਕਾਂ ਦੇ ਵਿੱਚ, ਆਵਾਮ ਦੇ ਵਿੱਚ ਇਹੀ ਚੀਜ਼ ਹੁੰਦੀ ਸੀ ਕਿ ਚੰਨੀ ਸਾਹਿਬ ਦੇ ਵੱਲੋਂ ਆਹ ਕਰ ਦਿੱਤਾ ਗਿਆ, ਉਹ ਕਰ ਦਿੱਤਾ ਗਿਆ। ਅਜਿਹੀਆਂ ਕਾਰਵਾਈਆਂ ਉਹਨਾਂ ਦੇ ਵੱਲੋਂ ਕਿਉਂ ਨਹੀਂ ਕੀਤੀਆਂ ਗਈਆਂ? ਜੇ ਨਹੀਂ ਕੀਤੀਆਂ ਗਈਆਂ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਜੇਕਰ ਜਿਹੜਾ ਵੀ ਵਿਅਕਤੀ ਉਸਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੇ ਮੰਤਰੀਆਂ ਦਾ ਤਾਂ ਇਹ ਸਾਰਾ ਤਾਣਾ ਬਾਣਾ ਸੁਲਝਾਉਣਾ ਚਾਹੀਦਾ ਹੈ, ਤੇ ਨਾਲ ਦੀ ਨਾਲ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਵੀ ਇਹ ਸਾਰੀ ਰਣਨੀਤੀ ਮੁਹਿੰਮ ਬਿੰਨ ਕੇ ਇਹਦੇ ਦੁਆਲੇ ਹੋਣਾ ਚਾਹੀਦਾ ਚੰਗੇ ਤਰੀਕੇ ਨਾਲ, ਤਾਂ ਕਿ ਪੰਜਾਬ ਦੇ ਲੋਕਾਂ ਦੇ ਸਿਰ ਚੜਿਆ ਜਿਹੜਾ ਕਰਜ਼ਾ ਹੈ ਹੌਲੀ ਹੌਲੀ ਕਰਕੇ ਤਾਂ ਉਤਰ ਸਕੇ, ਇੱਕਦਮ ਦੇ ਨਾਲ ਤਾਂ ਨਹੀਂ ਉਤਰਨਾ। ਤੁਹਾਡਾ ਕੀ ਕਹਿਣਾ ਹੈ ਕਿ ਸੁਖਜਿੰਦਰ ਰੰਧਾਵਾ ਦਾ ਇਹ ਬਿਆਨ ਜਿਹੜਾ ਜਾਂ ਉਹਨਾਂ ਦੇ ਵੱਲੋਂ ਦਿੱਤੀ ਆਪਣੀ ਪ੍ਰਤੀਕਰਮ ਜਿਹੜਾ ਉਹਨਾਂ ਦਾ ਦਿੱਤਾ ਗਿਆ, ਇਹ ਸਾਫ਼ ਸਹੀ ਹੈ? ਸ਼ਿਰਗਿਲ ਇਹਦੇ ਵਿੱਚ ਨਾ ਦੋ ਗੱਲਾਂ ਹੋ ਸਕਦੀਆਂ ਨੇ। ਆਪਾਂ ਕਿਸੇ ਦੇ ਉੱਪਰ ਉਂਗਲੀ ਜਿਹੜੀ ਚੁੱਕਦੇ ਆ ਨਾ, ਉਹ ਸਾਡੇ ਵਿੱਚ ਯੁਰਤ ਹੋਣੀ ਚਾਹੀਦੀ ਆ, ਔਰ ਜਿਹੜੇ ਕੰਮ ਦੇ ਵਾਸਤੇ ਅਸੀਂ ਉਂਗਲੀ ਚੁੱਕ ਰਹੇ ਆ ਪਹਿਲਾਂ ਸਾਨੂੰ ਦੇਖ ਲੈਣਾ ਚਾਹੀਦਾ ਵੀ ਕਿਤੇ ਉਹੀ ਕੰਮ ਅਸੀਂ ਤਾਂ ਨਹੀਂ ਕਰਦੇ, ਕਿਤੇ ਉਹਦੇ ਅਸੀਂ ਭਾਗੀਦਾਰ ਤੇ ਨਹੀਂ ਆ। ਹੁਣ ਜਾਂ ਤਾਂ ਗੱਲ ਇਹ ਹੈ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਮੇਰੀ ਪਰਸੈਪਸ਼ਨ ਹੈ ਔਰ ਆਮ ਲੋਕ ਵੀ ਇਹੀ ਸੋਚਦੇ ਹੋਣਗੇ, ਭਾਜੀ ਤੁਸੀਂ ਕਿਉਂ ਨਹੀਂ ਕੀਤੇ? ਜੇ ਤੁਹਾਡੇ ਕੋਲ ਲਿਸਟਾਂ ਪਈਆਂ ਨੇ, ਸਾਰੇ ਸਬੂਤ ਨੇ ਤੁਹਾਡੇ ਕੋਲ, ਤੁਸੀਂ ਐਲੀਗੇਸ਼ਨ ਲਾ ਰਹੇ ਹੋ ਸਾਬਕਾ ਮੁੱਖ ਮੰਤਰੀ ਤੇ, ਜਿਨ੍ਹਾਂ ਦੇ ਤੁਹਾਡੇ ਵੱਲੋਂ ਪ੍ਰੈਸ਼ਰ ਪਾ ਕੇ, ਪਾਰਟੀ ਦੇ ਵੱਲੋਂ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ, ਉਸ ਤੋਂ ਬਾਅਦ ਦੇ ਵਿੱਚ ਹੁਣ ਤੁਹਾਡਾ ਜਵਾਬ ਆਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੇ ਕਿੰਨੇ ਘਪਲੇ ਕੀਤੇ ਨੇ, ਕਿੰਨੀਆਂ ਜ਼ਮੀਨਾਂ ਦੱਬੀਆਂ ਨੇ, ਇਹਨਾਂ ਦੇ ਰਿਕਾਰਡ ਖੋਲੇ ਜਾਣ। ਭਾਜੀ ਜਦੋਂ ਤੁਹਾਡੇ ਕੋਲ ਅਹੁਦਾ ਸੀਗਾ ਉਦੋਂ ਤੁਸੀਂ ਕਿੱਥੇ ਸੀ? ਕਿਉਂ ਤੁਹਾਡੇ 'ਚ ਇੰਨੀ ਜ਼ਰੂਰਤ ਨਹੀਂ ਸੀ ਕਿ ਤੁਸੀਂ ਮੂੰਹ ਤੇ ਕਹਿ ਸਕਦੇ ਵੀ ਸਾਡੀ ਪਾਰਟੀ ਦੇ ਆਹ ਬੰਦੇ ਕਰਪਟ ਨੇ? ਜੇ ਤੁਸੀਂ ਆਪਣੀ ਪਾਰਟੀ ਦਾ ਇੰਨਾ ਸੋਚਦੇ ਹੋ, ਲੋਕਾਂ ਦਾ ਇੰਨਾ ਸੋਚਦੇ ਹੋ, ਤੁਹਾਨੂੰ ਪਤਾ ਹੈ ਤੁਹਾਡੀਆਂ ਅੱਖਾਂ ਸਾਹਮਣੇ ਕਰੋੜਾਂ ਹਜ਼ਾਰਾਂ ਕਰੋੜਾਂ ਰੁਪਏ ਦੇ ਵਿੱਚ ਰਿਸ਼ਵਤ ਲਈ ਜਾ ਰਹੀ ਹੈ, ਭ੍ਰਿਸ਼ਟਾਚਾਰ ਹੋ ਰਿਹਾ ਹੈ, ਸਰਕਾਰੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ, ਤੇ ਤੁਸੀਂ ਕੀ ਫਾਇਦਾ ਤੁਹਾਡਾ ਅਹੁਦੇ ਤੇ ਰਹਿਣ ਦਾ? ਕੀ ਫਾਇਦਾ ਤੁਹਾਡੀ ਜੁਰਤ ਦਾ ਜੇ ਤੁਸੀਂ ਇੰਨੀ ਗੱਲ ਹੀ ਆਪਣੀ ਪਾਰਟੀ ਦੇ ਵਿੱਚ ਨਹੀਂ ਕਹਿ ਸਕਦੇ? ਸਿੱਧੇ ਤੌਰ ਦੇ ਉੱਤੇ ਕਹਿ ਲਈਏ ਫਿਰ ਮਿਲੀ ਭੁਗਤ ਸੀ ਉਸ ਵੇਲੇ। ਬਿਲਕੁਲ ਸ਼ੇਰਗਿਲ, ਮੈਨੂੰ ਪਤਾ ਜੇਕਰ ਮੈਂ ਸਵਾਲ ਉੱਤੇ ਠਾਵਾਂਗਾ ਤਾਂ ਮੇਰੀ ਪੀੜੀ ਥੱਲੇ ਵੀ ਸੋਟਾ ਵੱਜਣਾ ਹੈ, ਮੇਰੇ ਤੇ ਵੀ 2-4 ਕੇਸ ਨਿਕਲ ਆਉਣੇ ਆ। ਜੇ ਮੈਂ ਭਾਗੀਦਾਰ ਆ ਤਾਂ ਮੈਨੂੰ ਵੀ ਪਤਾ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਚੋਰ ਨੂੰ ਆਪਣਾ ਪਾਲਾ ਰਹਿੰਦਾ, ਤਾਂ ਉਹੀ ਹਿਸਾਬ ਹੈ। ਜੇ ਤੁਸੀਂ ਨਹੀਂ ਕਹਿ ਪਾਏ ਤਾਂ ਸਮਝੋ ਤੁਹਾਨੂੰ ਡਰ ਸੀਗਾ ਕਿਤੇ ਮੇਰੇ ਖਿਲਾਫ ਕੋਈ ਕਾਰਵਾਈ ਨਾ ਖੁੱਲ ਜਾਵੇ, ਕਿਤੇ ਮੇਰੇ ਖਿਲਾਫ ਕੋਈ ਰਿਸ਼ਵਤ ਦਾ ਇਹੋ ਜਿਹਾ ਕੇਸ ਨਾ ਆ ਜਾਵੇ। ਔਰ ਜੇਕਰ ਹੁਣ ਤੁਹਾਡੇ ਵੱਲੋਂ ਐਲੀਗੇਸ਼ਨ ਲਗਾਏ ਜਾਂਦੇ ਨੇ ਕੈਪਟਨ ਸਾਹਿਬ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ, ਤਾਂ ਕਾਰਵਾਈ ਤੁਹਾਡੇ ਤੇ ਵੀ ਹੋਣੀ ਚਾਹੀਦੀ ਹੈ। ਨਹੀਂ ਬਿਲਕੁਲ ਉਮਦਾ ਗੱਲ ਹੈ। ਇੱਕ ਸੰਧੂ ਸਾਹਿਬ ਇਹ ਚੀਜ਼ ਦੇ ਉੱਤੇ ਵੀ ਧਿਆਨ ਲੋਕਾਂ ਦਾ ਵੀ ਦਿਵਾਉਣਾ ਚਾਹੁੰਦੇ ਆ, ਨਾਲੋਂ ਨਾਲ ਆਪਣੇ ਪ੍ਰਤੀਕਰਮ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੇਣਾ ਕਿ ਤੁਸੀਂ ਕੀ ਸੋਚਦੇ ਵਿਚਾਰਦੇ ਹੋ, ਤੇ ਜਾਣਕਾਰੀ ਦੀ ਤੁਹਾਡੇ ਦੱਸ ਦਿੰਦੇ ਆ ਜਿਹੜੇ ਲੋਕ ਨਵੇਂ ਜੁੜੇ ਨੇ ਸਾਡੇ ਨਾਲ, ਕਿ ਗੱਲ ਹੋ ਰਹੀ ਹੈ ਡਾਕਟਰ ਵਿਜੇ ਸਿੰਗਲਾ, ਉਹਨਾਂ ਦੇ ਉੱਪਰ ਉਹਨਾਂ ਦੇ ਵੱਲੋਂ ਰਿਸ਼ਵਤਖੋਰੀ ਨੂੰ ਲੈ ਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ, ਗ੍ਰਿਫਤਾਰੀ ਹੋਈ ਹੈ, 3 ਦਿਨਾਂ ਦਾ ਪੁਲਿਸ ਰਿਮਾਂਡ ਹੋਇਆ ਹੈ, ਉਸੇ ਦੇ ਉੱਤੇ ਚਰਚਾ ਕਰ ਰਹੇ ਹਾਂ।
ਮੇਰਾ ਸਵਾਲ ਇੱਕ ਇਹ ਵੀ ਆਉਂਦਾ ਹੈ ਕਿ ਇੱਕ ਸਿਹਤ ਮੰਤਰੀ ਪੰਜਾਬ ਦਾ ਐਡਾ ਵੱਡਾ ਅਹੁਦਾ ਜਿਸ ਦੇ ਉੱਤੇ ਕਾਬਜ਼ ਹੋ ਕੇ ਮੰਤਰੀ ਦੇ ਵੱਲੋਂ ਸ਼ਰੇਆਮ ਰਿਸ਼ਵਤ ਮੰਗੀ ਜਾਂਦੀ ਹੋਵੇ। ਮੈਂ ਗੱਲ ਕਰਦਾ ਪੰਚਾਂ ਸਰਪੰਚਾਂ ਦੀ, ਆਪਾਂ ਜ਼ਮੀਨੀ ਪੱਧਰ ਦੇ ਉੱਤੇ ਆਈਏ, ਪਿੰਡਾਂ ਦੇ ਉੱਤੇ ਆਈਏ, ਕਸਬਿਆਂ ਦੇ ਉੱਤੇ ਆਈਏ, ਕੌਂਸਲਰਾਂ ਦੇ ਉੱਤੇ ਆਈਏ, ਇਹਨਾਂ ਲੋਕਾਂ ਦੇ ਉੱਪਰ ਕਦੋਂ ਧਿਆਨ ਦਿੱਤਾ ਜਾਣਾ ਹੈ, ਕਿਹੜੇ ਲੋਕਾਂ ਦੇ ਵੱਲੋਂ ਧਿਆਨ ਦਿੱਤਾ ਜਾਣਾ ਹੈ। ਇੱਕ ਵਾਰੀ ਤਾਂ ਕੰਨ ਜ਼ਰੂਰ ਹੋ ਗਏ ਹੋਣੇ, ਕਿਉਂਕਿ ਇੱਕ ਉਹ ਕਹਿੰਦੇ ਹੁੰਦੇ ਨੇ ਕਿ ਕਾਂ ਇੱਕ ਮਾਰ ਕੇ ਟੰਗ ਦਿੱਤਾ ਜਾਵੇ ਤਾਂ ਫਿਰ ਦੂਸਰੇ ਕਾਂ ਨੇੜੇ ਨਹੀਂ ਲੱਗਦੇ। ਇੱਕ ਸਿੱਧੇ ਤੌਰ ਦੇ ਉੱਤੇ ਕਾਂ ਮਾਰ ਕੇ ਟੰਗਿਆ ਗਿਆ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ, ਸਾਫ਼ ਸਪਸ਼ਟ ਤੇ ਬਿਨਾਂ ਮੀਡੀਆ ਨੂੰ ਉੱਗ ਸੁੱਗ ਨਿਕਲੇ ਅਜਿਹੀ ਵੱਡੀ ਕਾਰਵਾਈ ਹੋਣੀ, ਉਹ ਵੀ ਸੀਐਮ ਮੁੱਖ ਮੰਤਰੀ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਸਪਸ਼ਟੀਕਰਨ ਆ ਕੇ ਦੇ ਦੇਣਾ ਕਿ ਅਸੀਂ ਆਪਣੇ ਮੰਤਰੀ ਨੂੰ ਬਰਖਾਸਤ ਕਰਨ ਲੱਗੇ ਹਾਂ ਜੀ। ਸਾਡੇ ਵੱਲੋਂ ਕਾਰਵਾਈਆਂ ਦੇ ਵਿੱਚ ਕਿਤੇ ਵੀ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾਣਾ। ਸਾਡਾ ਮੰਤਰੀ ਕਰਪਟ ਹੈ ਤੇ ਕਰਪਟ ਦੇ ਉੱਤੇ ਕਾਰਵਾਈ ਕਰਨਾ ਸਾਡਾ ਮੁੱਢਲਾ ਫਰਜ਼ ਹੈ, ਪਹਿਲਾ ਫਰਜ਼ ਹੈ, ਤੇ ਉਹ ਅਸੀਂ ਨਿਭਾ ਰਹੇ ਹਾਂ। ਮੇਰਾ ਸਵਾਲ ਇੱਥੇ ਇਹ ਆਉਂਦਾ ਹੈ ਕਿ ਸਰਪੰਚਾਂ ਪੰਚਾਂ ਦੇ ਉੱਪਰ ਧਿਆਨ ਰੱਖਣ ਦੇ ਲਈ ਕੋਈ ਖਾਸ ਇਹਨਾਂ ਦੇ ਵੱਲੋਂ ਰਣਨੀਤੀ ਕਿਵੇਂ ਬਣਾਈ ਜਾਣੀ ਹੈ, ਕਿਉਂਕਿ 1% ਜੇ ਸਿਹਤ ਮੰਤਰੀ ਲੈਂਦਾ ਹੋਣਾ ਤੇ ਮੈਨੂੰ ਲੱਗਦਾ ਕਿ ਥੱਲੇ ਆਉਂਦੇ ਆਉਂਦੇ 5-10% ਹੋ ਜਾਂਦਾ ਹੈ। ਹੋਣਾ ਲਾਜ਼ਮੀ ਤਾਂ ਹੈ ਕਿਉਂਕਿ ਗੱਡੀਆਂ ਵੀ ਘੁਮਾਉਣੀਆਂ ਨੇ, ਬੁਲਟ ਮੋਟਰਸਾਈਕਲ ਵੀ ਆਪਣੇ ਬੱਚਿਆਂ ਨੂੰ ਲੈ ਕੇ ਦੇਣੇ ਨੇ, ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਕਹਿੰਦੇ ਨੇ ਕਿ ਸਰਪੰਚ ਬਣ ਕੇ ਉਹਦੇ ਤਾਂ ਪਰ ਲੱਗ ਜਾਂਦੇ ਨੇ। ਨਿਆਣੇ ਵੀ ਇਟਲੀ ਚਲ ਜਾਣੇ ਨੇ, ਕਿਸੇ ਦਾ ਕੈਨੇਡਾ ਚਲ ਜਾਣਾ, ਉਹ ਕਿੱਥੋਂ ਜਾਂਦਾ ਹੈ, ਕਿੱਥੋਂ ਕਮਿਸ਼ਨਾਂ ਆਉਂਦੀਆਂ ਨੇ ਜਿਹੜੀਆਂ ਹੁਣ ਕ੍ਰਾਸ ਸਟਾਈਲਾਂ ਲੱਗਣ ਲੱਗ ਪਈਆਂ ਨੇ ਪਿੰਡਾਂ ਦੇ ਵਿੱਚ। ਇਹਦੇ ਵਿੱਚ ਵੀ ਬਹੁਤ ਵੱਡਾ ਘਪਲਾ ਹੁੰਦਾ। ਬਹੁਤ ਸਾਰੇ ਮੰਤਰੀਆਂ ਦਾ, ਵਿਧਾਇਕਾਂ ਦੇ ਜਿਹੜੇ ਹੁਣ ਹਾਰ ਚੁੱਕੇ ਨੇ, ਵੱਡੇ ਨਾਮ ਸੀ, ਉਹਨਾਂ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ? ਸ਼ੇਰਗਿੱਲ, ਬਹੁਤੇ ਲੋਕਾਂ ਨੂੰ ਤਾਂ ਚਲੋ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਚੀਜ਼ ਦੀ, ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਗ੍ਰਾਂਟ ਕਿੰਨੀ ਆਈ ਹੈ, ਪਿੰਡ ਦੇ ਸਰਪੰਚ ਨੂੰ ਗ੍ਰਾਂਟ ਕਿੰਨੀ ਆਈ ਹੈ, ਔਰ ਕਿਹੜੇ ਕੰਮ ਦੇ ਵਾਸਤੇ ਅਰਜੀ ਪਾਈ ਗਈ ਹੈ, ਉਸ ਕੰਮ ਦੇ ਵਾਸਤੇ ਗ੍ਰਾਂਟ ਆਈ ਹੈ। ਇਹ ਸਾਡੇ ਭੋਲੇ ਭਾਲੇ ਲੋਕਾਂ ਨੂੰ ਨਹੀਂ ਪਤਾ, ਕਿਉਂਕਿ ਉਹ ਇੱਕ ਮੋਹਤਵਾਰ ਪਿੰਡ ਦਾ ਪੰਚ ਚੁਣਦੇ ਨੇ ਵੀ ਜਿਹਨੂੰ ਸਾਰੇ ਵੋਟ ਪਾ ਕੇ ਸਰਪੰਚ ਬਣਾਉਂਦੇ ਨੇ, ਪਿੰਡ ਦਾ ਮੋਹਰੀ ਬਣਾਉਂਦੇ ਨੇ ਵੀ ਤੂੰ ਸਾਰੇ ਕੰਮ ਕਰਨਾ। ਜਾਂ ਸ਼ਰਮ ਦੇ ਮਾਰੇ ਵੀ ਆਮ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਲੋਕੀ ਕਹਿੰਦੇ ਰਹਿੰਦੇ ਕਿ ਸਾਡਾ ਮੂੰਹ ਮਿਲਾ ਜਾ, ਅਸੀਂ ਕੀ ਪੁੱਛਣਾ। ਹਾਂ, ਕੀ ਪੁੱਛਣਾ। ਪਰ ਸ਼ੇਰਗਿੱਲ, ਬਹੁਤ ਵੱਡੀ ਗੱਲ ਹੈ, ਪਿੰਡ ਦੇ ਵਿਕਾਸ ਦੇ ਲਈ ਕਰੋੜਾਂ ਰੁਪਏ ਆਉਂਦੇ ਨੇ, ਲੱਖਾਂ, 10 ਲੱਖ ਆ ਗਏ, ਇੱਕ ਗ੍ਰਾਂਟ ਲਈ 20 ਲੱਖ ਆ ਗਿਆ, ਔਰ ਕਰੋੜ ਰੁਪਈਆ ਆ ਗਿਆ। ਹੁਣ ਤਾਂ ਚਲੋ ਜਿਹੜੀ ਤੁਸੀਂ ਟੈਲਾਂ ਦੀ ਗੱਲ ਕੀਤੀ ਹੈ, ਇੰਟਰਲੌਕ ਦੀ ਗੱਲ ਕੀਤੀ ਹੈ, ਇਹਦਾ ਕਰੋੜਾਂ ਦੇ ਵਿੱਚ ਬਜਟ ਗਿਆ। ਇੱਕ ਪਿੰਡ ਨੂੰ 2-2, 3-3 ਕਰੋੜ ਰੁਪਈਆ ਆਬਾਦੀ ਦੇ ਹਿਸਾਬ ਦੇ ਨਾਲ ਅਲਾਟ ਕੀਤਾ ਗਿਆ ਸਰਕਾਰ ਦੇ ਵੱਲੋਂ। ਔਰ ਤੁਸੀਂ ਯਕੀਨ ਮੰਨਿਓ ਵੀ ਜਿਹੜੇ ਪਿੰਡ ਦੇ ਵਿੱਚ ਇਸ ਹਿਸਾਬ ਦੇ ਨਾਲ ਵੀ ਭ੍ਰਿਸ਼ਟਾਚਾਰੀ ਕੀਤੀ ਗਈ ਹੈ, ਕਰਪਸ਼ਨ ਇਸ ਹਿਸਾਬ ਨਾਲ ਵੀ ਹੋਈ ਹੈ ਵੀ ਕੰਕਰੀਟ ਦੀ ਜਗ੍ਹਾ ਜਿੱਥੇ ਅਲਾਟ ਹੋਈ ਹੈ ਜੀ ਕੰਕਰੀਟ ਪੈਣੀ ਆ, ਉਹਦੀ ਜਗ੍ਹਾ ਇੱਟਾਂ ਲਾ ਦਿੱਤੀਆਂ ਗਈਆਂ ਨੇ, ਔਰ ਜਿੱਥੇ ਪਤਾ ਲੱਗਣਾ ਸੀ ਵੀ ਇੰਟਰਲੌਕ ਲੱਗੀ ਹੈ, ਉੱਥੇ ਦੂਜਾ ਮਾਰਾ ਸਿੱਧੀ ਮਾੜੀ ਜੀ ਬਜਰੀ ਪਾ ਕੇ ਤੈਨੂੰ ਪੱਧਰਾ ਕਰ ਦਿੱਤਾ ਗਿਆ। ਤਾਂ ਕਿਤੇ ਨਾ ਕਿਤੇ ਕਰਪਸ਼ਨ ਇੱਥੋਂ ਵੀ ਸ਼ੁਰੂ ਹੋਈ ਹੈ ਵੀ ਜਿਹੜੀ ਜਗ੍ਹਾ ਤੇ ਕੰਕਰੀਟ ਲੱਗਣੀ ਸੀ ਉੱਥੇ ਤੁਸੀਂ ਇੱਟਾਂ ਲਾ ਦਿੱਤੀਆਂ ਨੇ, ਔਰ ਇੰਟਰਲੌਕ ਦਾ ਕੋਈ ਹਵਾਲਾ ਹੀ ਨਹੀਂ ਹੈ ਵੀ ਗਈਆਂ ਕਿੱਥੇ। ਤਾਂ ਸਿੱਧੇ ਤੌਰ ਤੇ ਸ਼ੇਰਗਿੱਲ ਇੱਥੋਂ ਇਹੀ ਨਿਕਲਦਾ ਵੀ ਉਹ ਸਾਰੇ ਪੈਸੇ ਜਿਹੜੇ ਨੇ ਜਾਂ ਤਾਂ ਕੱਲਾ ਸਰਪੰਚ ਖਾ ਗਿਆ, ਜਾਂ ਫਿਰ ਮੈਂਬਰ ਜਿੰਨੇ ਵੀ ਨਾਲ ਰਲੇ ਨੇ ਮਿਲੀ ਭੁਗਤ ਕਰਕੇ ਉਹ ਸਾਰੇ ਪੈਸੇ ਖਾ ਗਏ ਨੇ। ਇੱਕ ਸੰਧੂ ਸਾਹਿਬ, ਮੈਂ ਤੁਹਾਡੇ ਨਾਲ ਕਿੱਸਾ ਸਾਂਝਾ ਕਰਨਾ ਚਾਹੁੰਦਾ। ਡਾਕਟਰ ਵਿਜੇ ਸਿੰਗਲਾ ਦੇ ਉੱਤੇ ਕਾਰਵਾਈ ਹੋਈ ਤੇ ਮੇਰੀ ਕਿਸੇ ਸਰਪੰਚ ਦੇ ਨਾਲ, ਸਾਬਕਾ ਸਰਪੰਚ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਉਹ ਆਪਣੇ ਪਿੰਡ ਦਾ ਇਹ ਮਸਲਾ ਦੱਸ ਰਹੇ ਸੀ। ਉਹ ਕਹਿੰਦੇ ਜਦੋਂ ਮੈਂ ਸਰਪੰਚੀ ਦੇ ਤੌਰ ਦੇ ਉੱਤੇ ਲੜਿਆ, ਜਿੱਤ ਕੇ ਮੈਂ ਪੰਜਾਬ ਜਿਹੜੇ ਆਪਣੇ ਪਿੰਡ ਦੇ ਉੱਤੇ ਸਰਪੰਚੀ ਕਰਨ ਲੱਗਾ ਜਾਂ ਪਿੰਡ ਦੇ ਲੋਕਾਂ ਦਾ ਕੰਮਕਾਰ ਕਰਾਉਣ ਲੱਗਾ, ਤੇ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਸੀ। ਪਾਣੀ ਦੀ ਸਮੱਸਿਆ ਇਸ ਤਰੀਕੇ ਨਾਲ ਸੀ ਕਿ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਨਹੀਂ ਸੀ, ਸਮੇਂ ਸਿਰ ਪਾਣੀ ਨਹੀਂ ਸੀ ਆਉਂਦਾ। ਉੱਦਾਂ ਉਹ ਮੋਟਰ ਚਲਾ ਕੇ ਪਾਣੀ ਦੀ ਪੂਰੀ ਆਪਣੀ ਜਿਹੜੀ ਕਾਰਵਾਈ ਕਰਦੇ ਸੀ। ਉਹ ਕਹਿੰਦੇ ਕਿ ਅਸੀਂ ਮਤਾ ਪਾ ਕੇ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਪਹੁੰਚ ਕੇ ਸਾਡੀ ਕਿਸੇ ਮੰਤਰੀ ਦੇ ਨਾਲ ਗੱਲਬਾਤ ਹੋਈ। ਅਸੀਂ ਉਹਨਾਂ ਦੇ ਕੋਲੇ ਚਾਹਿਆ ਕਿ ਤੁਸੀਂ ਸਾਨੂੰ ਜਿਹੜੀ ਹੈ ਉੱਥੇ ਟੈਂਕੀ ਅਲਾਟ ਕਰ ਦਿੱਤੀ ਜਾਵੇ, ਗ੍ਰਾਂਟ ਉਹਦੀ ਅਲਾਟ ਕਰ ਦਿੱਤੀ ਜਾਵੇ, ਬਾਕੀ ਜੋ ਵੀ ਸੇਵਾ ਪੂੰਜੀ ਹੁੰਦੀ ਹੈ ਅਸੀਂ ਆਪਣੇ ਜਿਹੜੇ ਪ੍ਰਦੇਸੀ ਭਾਈ ਨੇ ਉਹਨਾਂ ਨੂੰ ਕਹਿ ਦਿੱਤਾ ਜਾਵੇਗਾ। ਤੇ ਉੱਥੇ ਹੈਰਾਨੀ ਵਾਲੀ ਗੱਲ ਇਹ ਸੀ, ਸੁਣ ਕੇ ਮੇਰੇ ਵੀ ਮਤਲਬ ਹੋਸ਼ ਉੜਨ ਵਾਲੀ ਗੱਲ ਹੋ ਗਈ। ਉਹ ਕਹਿੰਦੇ ਕਿ ਕਾਗਜ਼ਾਂ ਦੇ ਵਿੱਚ 15 ਸਾਲ ਪਹਿਲਾਂ ਦੀ ਟੈਂਕੀ ਬਣੀ ਹੋਈ ਹੈ, ਪਾਣੀ ਵਾਲੀ ਟੈਂਕੀ 15 ਸਾਲ ਪਹਿਲਾਂ ਦੀ ਬਣੀ ਹੋਈ ਹੈ, ਤੇ ਪਿੰਡ ਦੇ ਕਿਸੇ ਵੀ ਬਸ਼ਿੰਦੇ ਨੂੰ ਨਹੀਂ ਪਤਾ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਹੈ। ਤੇ ਹੈਰਾਨੀ ਵਾਲੀ ਗੱਲ ਇੱਕ ਹੋਰ ਹੈ, 15 ਸਾਲ ਪਹਿਲਾਂ ਟੈਂਕੀ ਬਣ ਗਈ ਤੇ 10 ਸਾਲ ਪਹਿਲਾਂ ਉਹਨਾਂ ਦੇ ਪਿੰਡ ਦੇ ਵਿੱਚ ਮੋਟਰ ਲੱਗੀ ਹੈ। ਤੇ ਐਡੇ ਵੱਡੇ ਪੱਧਰ ਦੇ ਉੱਤੇ ਐਡੇ ਵੱਡੇ ਵੱਡੇ ਘਪਲੇ ਜਿਹੜੇ ਨੇ ਉਹ ਪਿੰਡਾਂ ਤੋਂ ਸ਼ੁਰੂ ਹੋ ਕੇ ਉੱਪਰ ਸਿਹਤ ਮੰਤਰੀਆਂ ਤੱਕ ਜਾਂਦੇ ਨੇ। ਇਹ ਤਾਂ ਫੜਿਆ ਗਿਆ, ਡਾਕਟਰ ਵਿਜੇ ਸਿੰਗਲਾ ਦਾ ਫੜਿਆ ਗਿਆ। ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਸੀ ਕਿ ਨਹਿਰ ਦਾ ਇੱਥੋਂ ਕੁ ਕੰਮ ਕਰਾਉਣਾ ਹੈ, ਮੈਨੂੰ 5-7 ਲੱਖ ਜੇ ਇੱਧਰ ਉੱਧਰ ਕਰਕੇ ਦੇ ਦਿੱਤਾ ਜਾਵੇ ਤਾਂ ਮੇਰੀ ਕੋਠੀ ਦਾ ਥੋੜਾ ਜਿਹਾ ਕੰਮ ਰਹਿੰਦਾ। ਇਹ ਕੰਮ ਆਮ ਤੌਰ ਦੇ ਉੱਤੇ ਚੱਲਦੇ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਪਿੰਡਾਂ ਤੋਂ ਜੇਕਰ ਸ਼ੁਰੂਆਤਾਂ ਕਰ ਦਿੱਤੀਆਂ ਜਾਣ, ਪਿੰਡਾਂ ਦੇ ਵਿੱਚ ਟਰਾਂਸਪੇਰੈਂਸੀ ਲੈ ਆਂਦੀ ਜਾਵੇ, ਜਿਹੜਾ ਸਪਸ਼ਟ ਤੌਰ ਦੇ ਉੱਤੇ ਜਿੰਨੇ ਪੈਸੇ ਆਉਂਦੇ ਨੇ ਉਹ ਕਿੱਥੇ ਲੱਗੇ ਨੇ, ਕਿਹਦੇ ਵੱਲੋਂ ਲਵਾਏ ਗਏ ਨੇ, ਕਿੰਨੇ ਲੱਗੇ ਨੇ, ਇਹਦੇ ਬਾਰੇ ਜਾਣਕਾਰੀਆਂ ਜੇਕਰ ਕੰਧਾਂ ਦੇ ਉੱਤੇ ਲਿਖ ਕੇ ਲਾ ਦਿੱਤੀਆਂ ਜਾਣ ਜਾਂ ਫਿਰ ਨੋਟਿਸ ਬੋਰਡ ਲਾ ਦਿੱਤਾ ਜਾਵੇ ਤਾਂ ਇਹਦਾ ਫਾਇਦਾ ਹੋਵੇਗਾ ਜਾਂ ਨਹੀਂ?
ਇਹਦਾ ਆਲਰੇਡੀ ਮਤਾ ਪਿਆ ਹੋਇਆ ਹੈ ਸ਼ੇਰਗਿੱਲ ਜੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜੋ ਵੀ ਖਰਚਾ ਸਰਪੰਚ ਕਰਦਾ ਹੈ, ਕਿੱਥੇ ਕਿੱਥੇ ਕਰਦਾ ਹੈ ਔਰ ਕੀ ਅਰਜੀ ਪਾਈ ਗਈ ਹੈ, ਪਿੰਡ ਦੇ ਵਿੱਚ ਲੋੜ ਕਿਸ ਚੀਜ਼ ਦੀ ਹੈ, ਉਸ ਨੂੰ ਲੈ ਕੇ ਅਰਜੀ ਕੀ ਪਾਈ ਗਈ ਹੈ, ਸਰਕਾਰ ਦੇ ਕੋਲੋਂ ਕਿੰਨੀ ਗ੍ਰਾਂਟ ਦੀ ਮੰਗ ਕੀਤੀ ਗਈ ਹੈ। ਆਲਰੇਡੀ ਇੱਕ ਸਰਪੰਚ ਦੀ ਜ਼ਿੰਮੇਵਾਰੀ ਹੈ ਵੀ ਤੁਸੀਂ ਪੰਚਾਇਤ ਘਰ ਦੇ ਵਿੱਚ ਉਹਦਾ ਵੇਰਵਾ ਲਾਓ ਤਾਂ ਕਿ ਹਰੇਕ ਪਿੰਡ ਦਾ ਨੌਜਵਾਨ ਵਿਅਕਤੀ, ਬਜ਼ੁਰਗ ਜਾ ਕੇ ਉਸ ਚੀਜ਼ ਨੂੰ ਦੇਖ ਸਕੇ ਵੀ ਵਾਕਿਆ ਸਾਡੇ ਪਿੰਡ ਦਾ ਸਰਪੰਚ ਆਹ ਚੀਜ਼ ਕਰ ਰਿਹਾ ਹੈ, ਇਹਦੇ ਹੋ ਕੀ ਰਿਹਾ ਔਰ ਕਿੰਨੇ ਪੈਸੇ ਦੀ ਜਿਹੜੀ ਮੰਗ ਕਰ ਰਿਹਾ। ਸ਼ੇਰਗਿੱਲ ਇੱਕ ਗੱਲ ਹੈ ਸੋਚਣ ਵਾਲੀ, ਔਰ ਇਹ ਮੈਂ ਸਰਪੰਚਾਂ ਨੂੰ ਜ਼ਰੂਰ ਕਵਾਂਗਾ, ਭਾਵੇਂ ਤੁਸੀਂ ਗੁੱਸਾ ਕਰਿਓ ਭਾਵੇਂ ਗਿਲਾ ਕਰਿਓ, ਪਰ ਜੋ ਸੱਚਾਈ ਹੈ ਉਹ ਸੱਚ ਹੀ ਹੈ, ਉਹ ਕਿਸੇ ਤੋਂ ਵੀ ਲੁਕਿਆ ਨਹੀਂ ਰਿਹਾ। ਹੁਣ ਜੇਕਰ ਗੱਲ ਕਰ ਲਈਏ, ਅਸੀਂ ਬਹੁਤ ਸਾਰੇ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਸਰਪੰਚ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਛੱਪੜਾਂ ਨੂੰ ਝੀਲ ਬਣਾ ਦਿੱਤਾ, ਬਿਲਕੁਲ ਲੇਕ ਬਣਾ ਦਿੱਤਾ, ਸੜਕਾਂ ਕਰ ਦਿੱਤੀਆਂ, ਗਲੀਆਂ ਵੀ ਜਿਹੜੀਆਂ ਉਹਨਾਂ ਸੜਕਾਂ ਕਰ ਦਿੱਤੀਆਂ, ਆਲੇ ਦੁਆਲੇ ਉਹਨਾਂ ਬੂਟੇ ਲਾ ਦਿੱਤੇ, ਮੋਟੇ ਤੌਰ ਤੇ ਕਹੀਏ ਵੀ ਟੌਰਾਂ ਕੱਢ ਦਿੱਤੀਆਂ, ਟੌਰ ਕੱਢ ਦਿੱਤੀ, ਸਟਰੀਟ ਲਾਈਟਾਂ ਲਾ ਦਿੱਤੀਆਂ ਗਈਆਂ, ਉਹਨਾਂ ਦੇ ਵੱਲੋਂ ਸ਼ੀਸ਼ੇ ਜਿਹੜੇ ਆ ਸੜਕਾਂ ਦੇ ਉੱਪਰ ਲਾ ਦਿੱਤੇ ਗਏ ਆ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਔਰ CCTV ਮੋੜਾਂ ਦੇ ਉੱਪਰ ਲਾ ਦਿੱਤੇ ਗਏ ਨੇ, ਬੈਂਚ ਲਾਏ ਗਏ ਨੇ, ਔਰ ਇੱਥੋਂ ਤੱਕ ਕਿ ਇੱਕ ਮੈਂ ਪਿੰਡ ਦੇ ਵਿੱਚ ਗਿਆ, ਉਹਨਾਂ ਤਾਂ ਗੁਰਬਾਣੀ ਦੇ ਵਾਸਤੇ ਸਪੀਕਰ ਵੀ ਮੋੜ ਤੇ ਲਾਏ। ਬਿਲਕੁਲ। ਤਾਂ ਉਹ ਸ਼ੇਰਗਿੱਲ ਫਿਰ ਕਿਵੇਂ ਕਰ ਲੈਂਦੇ ਨੇ? ਉਹਨਾਂ ਦੀ ਕੀ ਗੱਲ ਮੰਤਰੀਆਂ ਦੇ ਨਾਲ ਵੱਖਰੀ ਸਾਂਝ ਹੈ ਵੀ ਉਹਨਾਂ ਦਾ ਜਾਂ ਕੋਈ ਮਾਮਾ ਚਾਚਾ ਮਾਸੜ ਜਿਹੜਾ MLA ਆ ਜਾਂ ਫਿਰ MP ਉਹਨਾਂ ਦਾ ਫੁੱਫੜ ਆ ਵੀ ਜਿਹੜਾ ਉਹਨਾਂ ਨੂੰ ਵੱਖਰਾ ਫੰਡ ਅਲਾਟ ਕਰ ਦਿੱਤਾ ਜਾਂਦਾ, ਉਹ ਵੀ ਤਾਂ ਉਹੀ ਸਰਪੰਚ ਨੇ। ਨਹੀਂ, ਮੈਂ ਮੋਟੇ ਤੌਰ ਤੇ ਇੱਥੇ ਕਹਿ ਦੇਣਾ ਚਾਹਣਾ ਵੀ ਇੱਥੇ ਇਹ ਗੱਲ ਜ਼ਰੂਰ ਟੁਕਦੀ ਆ ਵੀ ਨੀਤਾਂ ਨੂੰ ਮੁਰਾਦਾਂ। ਬਿਲਕੁਲ ਸ਼ੇਰਗਿੱਲ, ਨੀਤਾਂ ਨੂੰ ਮੁਰਾਦਾਂ ਕੀ ਨਹੀਂ ਹੈ। ਜੇਕਰ 100 ਰੁਪਏ ਦੇ ਵਿੱਚ ਵੀ ਲੋਕੀ 200 ਵਰਗੀ ਚੀਜ਼ ਬਣਾ ਦਿੰਦੇ ਆ ਜੇਕਰ ਨੀਤ ਹੋਵੇ ਤਾਂ, ਔਰ ਤੁਹਾਨੂੰ ਤਾਂ ਕਰੋੜਾਂ ਰੁਪਏ ਆ ਰਹੇ ਨੇ, ਕਿਹਦੇ ਵਾਸਤੇ ਆ ਰਹੇ ਨੇ? ਉਸ ਭਲਾਈ ਵਾਸਤੇ ਜਿਹੜੀ ਭਲਾਈ ਵਾਸਤੇ ਤੁਸੀਂ ਪੈਸੇ ਮੰਗੇ ਨੇ। ਸੋ ਮੈਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ, ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ, ਪਿੰਡ ਦੇ ਲੋਕਾਂ ਨੂੰ, ਕਿਉਂਕਿ ਤੁਹਾਡੀ ਪਹਿਚਾਣ ਜਿਹੜੀ ਆ ਪਿੰਡ ਦੇ ਨਾਲ ਹੁੰਦੀ ਹੈ। ਆਹ ਮੁੰਡਾ ਉਹ ਪਿੰਡ ਦਾ, ਆਹ ਮੁੰਡਾ ਉਹ ਪਿੰਡ ਦਾ ਜਾਂਦਾ ਹੈ, ਉਹ ਲਾਣੇ ਦੇ ਵਿੱਚੋਂ ਜਾਂਦਾ, ਔਰ ਲਾਣਾ ਵੀ ਬਾਅਦ ਦੇ ਵਿੱਚ ਆਉਂਦਾ। ਪਹਿਲਾਂ ਤੁਹਾਡੀ ਪਛਾਣ ਤੁਹਾਡੇ ਪਿੰਡ ਤੋਂ ਹੁੰਦੀ ਹੈ, ਭਾਜੀ ਤੂੰ ਕਿਹੜੇ ਪਿੰਡ ਦਾ, ਕਿਹੜੇ ਇਲਾਕੇ ਦਾ ਹੈ, ਤਾਂ ਉੱਥੋਂ ਦੱਸੀਦਾ ਭਾਜੀ ਮੈਂ ਤਾਂ ਫਲਾਣੇ ਇਲਾਕੇ ਦਾ, ਫਲਾਣਾ ਮੇਰਾ ਪਿੰਡ ਹੈ। ਔਰ ਯਾਰ ਜੇਕਰ ਤੁਹਾਡਾ ਪਿੰਡ ਹੀ ਚੰਗਾ ਨਹੀਂ, ਤੁਹਾਡੇ ਪਿੰਡ ਦੇ ਵਿੱਚ ਰੂੜੀਆਂ ਨੇ, ਗੰਦ ਪਿਆ ਹੋਇਆ, ਤਾਂ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਆ? ਉਦਾਂ ਤੁਹਾਡੀ ਫੋਕੀ ਟੌਰ ਕੱਢੀ ਜਾਣੀ ਹੈ, ਤੁਸੀਂ ਕੱਪੜੇ ਜਿੰਨੇ ਚੰਗੇ ਮਰਜ਼ੀ ਪਾਏ ਹੋਣ, ਪਰ ਤੁਸੀਂ ਆਏ ਕਿਹੜੇ ਪਿੰਡ ਤੋਂ ਨੇ? 100 ਵਾਰੀ ਇਹ ਸਵਾਲ ਪੁੱਛਿਆ ਜਾਂਦਾ ਵੀ ਤੁਸੀਂ ਕਿਹੜੇ ਇਲਾਕੇ ਤੋਂ ਆ, ਤਾਂ ਕਮ ਸੇ ਕਮ ਤੁਸੀਂ ਇੰਨੀ ਕੁ ਜਾਗਰੂਕਤਾ ਜ਼ਰੂਰ ਰੱਖੋ ਮਨ ਦੇ ਵਿੱਚ, ਸਵਾਲ ਜ਼ਰੂਰ ਪੁੱਛੋ। ਕਿਉਂ ਗੱਲ? ਪਹਿਲੀ ਗੱਲ ਤਾਂ ਇਹ ਵੀ ਸਵਾਲ ਕਿਉਂ ਨਹੀਂ ਪੁੱਛਦੇ ਸ਼ੇਰਗਿੱਲ, ਇਹ ਬੜਾ ਹੁੰਦਾ। ਸਭ ਤੋਂ ਵੱਡੀ ਗਲਤੀ ਐਕਚੁਅਲੀ ਸਾਡੀ ਹੈ, ਦਰਅਸਲ ਅਸੀਂ ਉਹ ਤੌਰ ਤਰੀਕਿਆਂ ਨੂੰ ਅਪਣਾ ਨਹੀਂ ਰਹੇ, ਜਾਂ ਫਿਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮੂੰਹ ਮੁਲਾਜ਼ਮ ਨੂੰ ਲੈ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨਹੀਂ ਯਾਰ ਸਾਡੇ ਟੱਬਰ ਦਾ ਹੈ, ਸਾਡਾ ਚਾਚਾ ਹੈ, ਅਸੀਂ ਪੁੱਛ ਲਿਆ ਵੀ ਸਰਪੰਚ ਸਾਹਿਬ ਕਿੱਥੇ ਪੈਸੇ ਲੱਗੇ ਨੇ, ਤਾਂ ਸਾਡੀ ਵਿਗੜ ਜਾਣੀ ਹੈ। ਅਗਲੀ ਵਾਰੀ ਸਰਪੰਚ ਕੋਈ ਹੋਰ ਬਣ ਜਾਣਾ ਤਾਂ ਸਾਡੀਆਂ ਇਹਨਾਂ ਦੇ ਨਾਲ ਸਿੱਧੀਆਂ ਹੋ ਜਾਣੀਆਂ। ਉਹ ਇਸ ਕਰਕੇ ਵੀ ਲੋਕ ਜਗਦੇ ਰਹਿੰਦੇ ਨੇ। ਪਰ ਕਿਉਂ ਜੇਕਰ ਪੁੱਛਾਂਗੇ ਤਾਂ ਬਹੁਤ ਸਾਰੇ ਸਵਾਲਾਂ ਦੇ ਹੱਲ ਵੀ ਹੋਣੇ ਨੇ। ਕਿਉਂ ਜੇਕਰ ਪੁੱਛਾਂਗੇ ਤਾਂ ਸਾਡੇ ਮਨ ਦੀ ਚਿੰਤਾ ਤਾਂ ਹਟਣੀ ਹੈ, ਨਾਲ ਦੀ ਨਾਲ ਉਹ ਸਾਰੀਆਂ ਚੀਜ਼ਾਂ ਦਾ ਸਪਸ਼ਟੀਕਰਨ ਤੁਹਾਨੂੰ ਮਿਲ ਜਾਣਾ, ਜਿਹਦੇ ਬਾਰੇ ਤੁਹਾਡੇ ਜਿਹੜੇ ਜ਼ਿਹਨ ਦੇ ਵਿੱਚ ਸ਼ਿਕਨ ਚੱਲ ਰਹੇ ਨੇ ਉਹਨਾਂ ਬਾਰੇ ਜਾਣਕਾਰੀਆਂ ਜੇਕਰ ਤੁਹਾਨੂੰ ਮਿਲਣਗੀਆਂ ਤਾਂ ਤੁਹਾਡਾ ਮੱਥਾ ਵੀ ਖੜਿਆ ਰਹਿਣਾ, ਤੇ ਜਿਹੜੇ ਬੰਦੇ ਦੇ ਵੱਲੋਂ ਕੰਮ ਕੀਤਾ ਜਾਣਾ ਉਹਨੂੰ ਵੀ ਫੁੱਟੇ ਵਾਂਗੂ ਸਿੱਧਾ ਹੋਣਾ ਪੈਣਾ ਵੀ ਭਾਈ ਜੇਕਰ ਮੈਂ ਕੰਮ ਨਾ ਕੀਤਾ ਤਾਂ ਮੇਰੇ ਪਿੱਛੇ ਕਿਉਂ ਬਹੁਤ ਫਿਰ ਰਹੇ ਨੇ ਵੀ ਇਹ ਕਿੱਦਾਂ ਨਹੀਂ ਕੀਤਾ, ਆਹ ਕਿਉਂ ਨਹੀਂ ਕੀਤਾ, ਹਨਾ। ਇਹ ਸ਼ੇਰਗਿੱਲ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਕਿਵੇਂ ਪੁੱਛ ਸਕਦੇ ਹੋ, ਕਿਵੇਂ ਹੋਇਆ, ਕਿਉਂ ਹੋਇਆ, ਕਿੰਨੇ ਪੈਸੇ ਲੱਗੇ। ਇਹਦਾ ਇੱਕੋ ਇੱਕ ਰਾਹ ਹੈ, ਜਦੋਂ ਵੋਟਾਂ ਹੁੰਦੀਆਂ ਸਰਪੰਚੀ ਦੀਆਂ, ਸ਼ਰਾਬ ਦੀ ਬੋਤਲ ਲੈਣਾ ਬੰਦ ਕਰ ਦਿਓ, 1000 500 ਰੁਪਈਆ ਲੈਣਾ ਬੰਦ ਕਰ ਦਿਓ, ਤਾਂ ਤੁਸੀਂ ਕਿਉਂ ਜਿਹੜਾ ਪੁੱਛ ਸਕਦੇ ਹੋ ਵੀ ਇਹ ਕਿਵੇਂ ਹੋਇਆ, ਕਿਉਂ ਹੋਇਆ, ਕਿੰਨੇ ਪੈਸੇ ਆਏ, ਕਿੱਥੇ ਲੱਗੇ। ਤਾਂ ਇਹ ਸਭ ਤੋਂ ਪਹਿਲਾਂ ਉਹੀ ਗੱਲ ਹੈ ਕਿ ਸ਼ੇਰਗਿੱਲ ਪੀੜੀ ਆਪਣੀ ਥੱਲੇ ਸੋਟਾ ਮਾਰਨਾ ਹੀ ਪੈਣਾ। ਜੇ ਤੁਸੀਂ ਆਪ ਸੁਹਿਰਦ ਹੋ, ਜੇ ਤੁਹਾਨੂੰ ਪਤਾ ਹੈ ਕਿ ਮੈਂ ਯਾਰ ਸਹੀ ਆ, ਮੈਂ ਆਪਣੇ ਪਿੰਡ ਦੀ ਭਲਾਈ ਚਾਹੁੰਦਾ, ਮੈਂ ਸੋਚ ਸਮਝ ਕੇ ਇਮਾਨਦਾਰੀ ਦੇ ਨਾਲ ਇਸ ਬੰਦੇ ਨੂੰ ਵੋਟ ਪਾਈ ਹੈ, ਤੇ ਤੁਹਾਡੀਆਂ ਅੱਖਾਂ ਸਾਹਮਣੇ ਉਹ ਗਰਾਂਟਾ ਖਾਂਦਾ ਹੋਵੇ, ਕਾਗਜ਼ਾਂ ਦੇ ਵਿੱਚ ਕੁਝ ਹੋਰ ਹੋਵੇ ਤੇ ਪਿੰਡ ਦਾ ਨਕਸ਼ਾ ਹੀ ਕੁਝ ਹੋਰ ਹੋਵੇ, ਤਾਂ ਉੱਥੇ ਕਿਉਂ ਪੁੱਛਣੀ ਬਣਦੀ ਹੈ, ਕਿਵੇਂ ਪੁੱਛਣਾ ਬਣਦਾ ਵੀ ਆ ਕੀ ਹੋਇਆ, ਕਿੰਨੇ ਪੈਸੇ ਆਏ ਨੇ, ਕਿੱਥੇ ਲੱਗੇ ਨੇ। ਤਾਂ ਇਹ ਮੈਂ ਪਿੰਡ ਦੇ ਲੋਕਾਂ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਤੁਸੀਂ ਜ਼ਰੂਰ ਇੰਨੇ ਕੁ ਸੁਲਝੇ ਹੋ ਜਾਓ, ਇੰਨੇ ਕੁ ਸਮਝਦਾਰ ਹੋ ਜਾਓ ਕਿ ਇੰਨੀ ਕੁ ਹਿੰਮਤ ਰੱਖੋ ਵੀ ਤੁਸੀਂ ਮੋਹਤਵਾਰ ਬੰਦੇ ਨੂੰ, ਸਰਪੰਚ ਨੂੰ ਪੁੱਛ ਸਕੋ ਵੀ ਭਾਈ ਕਿੰਨੀ ਗ੍ਰਾਂਟ ਆਈ ਹੈ, ਕਿਹੜੇ ਕੰਮ ਦੇ ਵਾਸਤੇ ਗ੍ਰਾਂਟ ਆਈ ਹੈ, ਤੂੰ ਪਿੰਡ ਦਾ ਸੁਧਾਰ ਕੀ ਕੀਤਾ ਹੈ। ਕਿਉਂਕਿ ਤੁਸੀਂ ਉਹ ਪਿੰਡ ਦੇ ਵਿੱਚ ਰਹਿਣਾ ਹੁੰਦਾ ਹੈ, ਤੁਸੀਂ ਜੇਕਰ ਬਾਹਰ ਵੀ ਨਿਕਲਦੇ ਹੋ ਤਾਂ ਤੁਹਾਡਾ ਇਲਾਕਾ ਵੱਜਦਾ ਵੀ ਤੁਹਾਡਾ ਇਲਾਕਾ ਕਿਹੜਾ, ਤੇ ਜੇਕਰ ਉਹ ਇਲਾਕਾ ਹੀ ਨਾ ਚੰਗਾ ਹੋਇਆ ਤਾਂ ਕੀ ਫਾਇਦਾ ਸਾਡੀ ਫੋਕੀ ਟੋਰ ਦਾ। ਤਾਂ ਤੁਹਾਨੂੰ ਇਹ ਪੁੱਛਣਾ ਜ਼ਰੂਰ ਬਣਦਾ ਹੈ ਸਰਪੰਚ ਤੋਂ, ਕਿਉਂਕਿ ਕਰੋੜਾਂ ਦੇ ਹਿਸਾਬ ਦੇ ਨਾਲ ਸਰਪੰਚ ਲੱਖਾਂ ਦੇ ਹਿਸਾਬ ਨਾਲ ਗ੍ਰਾਂਟਾਂ ਖਾ ਜਾਂਦੇ ਨੇ। ਔਰ ਸ਼ੇਰਗਿੱਲ ਉਸ ਤੋਂ ਬਾਅਦ ਦੇ ਵਿੱਚ ਹੁਣ ਸਿਹਤ ਵਿਭਾਗ ਦੀ ਗੱਲ ਚੱਲ ਰਹੀ ਹੈ, ਸਿਹਤ ਮੰਤਰਾਲੇ ਦੀ, ਵੀ ਇਸ ਦੇ ਵਿੱਚ ਕਰਪਸ਼ਨ ਹੋ ਰਹੀ ਹੈ। ਸ਼ੇਰਗਿੱਲ ਮੈਂ ਹੈਰਾਨ ਰਹਿ ਗਿਆ, ਮੈਂ ਇੱਕ ਹਸਪਤਾਲ ਦੇ ਵਿੱਚ ਗਿਆ, ਹਸਪਤਾਲ ਦੇ ਵਿੱਚ ਗਿਆ ਤਾਂ ਉਹ ਚੈੱਕਅਪ ਕਰਾਇਆ
ਤਾਂ ਮੇਰੇ ਕਿਸੇ ਫੈਮਿਲੀ ਮੈਂਬਰ ਦਾ ਚੈੱਕਅਪ ਕਰਾਉਣਾ ਸੀਗਾ, ਮੈਂ ਸਰਕਾਰੀ ਹਸਪਤਾਲ ਚਲਿਆ ਗਿਆ। ਮੈਂ ਉੱਥੇ ਜਾ ਕੇ ਚੈੱਕਅਪ ਜਿਹੜਾ ਉਹ ਕਰਵਾਇਆ ਤਾਂ MD ਡਾਕਟਰ ਸੀਗਾ, ਮੈਂ ਚਲੋ ਨਾਂ ਤਾਂ ਨਹੀਂ ਲੈਂਦਾ, ਡਾਕਟਰ ਸੀਗਾ, ਤੇ ਉਹਦੇ ਵੱਲੋਂ ਜਿਹੜੀ ਦਵਾਈ ਲਿਖੀ ਗਈ ਹੈ, ਦਵਾਈ ਇੰਨੀ ਕੁ ਮਹਿੰਗੀ ਲਿਖ ਦਿੱਤੀ ਗਈ ਹੈ ਕਿ ਉਹ ਜਿਹੜੀ ਦੁਕਾਨ ਦੀ ਦਵਾਈ ਉਹਨੇ ਲਿਖੀ ਆ ਉਹ ਸਿਰਫ ਉਸੇ ਦੁਕਾਨ ਦੀ ਮਿਲਣੀ ਹੈ। ਔਰ ਇਹ ਚੀਜ਼ ਸ਼ੇਰਗਿੱਲ ਬੜੇ ਵੱਡੇ ਲੈਵਲ ਤੇ ਆ, ਹਰੇਕ ਥਾਂ ਆ, ਇਹ ਲੋਕਾਂ ਨੂੰ ਵੀ ਪਤਾ ਹੋਊਗਾ। ਔਰ ਜਿਹੜੇ ਲੋਕ ਇਸ ਚੀਜ਼ ਤੋਂ ਸਫਰ ਕਰ ਚੁੱਕੇ ਨੇ ਔਰ ਜਾਂ ਫਿਰ ਸਾਡੇ ਜਿਹੜੇ ਬਛਿੰਦੇ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਉਹ ਤਾਂ ਬਖੂਬੀ ਜਾਣਦੇ ਨੇ। ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਸਾਹਮਣੇ ਤੁਸੀਂ ਵੀ ਦੇਖਿਆ ਹੋਣਾ ਦੁਕਾਨਾਂ ਹੁੰਦੀਆਂ ਕਲੀਨਿਕ ਦੀਆਂ, ਜਿਨ੍ਹਾਂ ਤੋਂ ਦਵਾਈ ਮਿਲਦੀ ਹੈ ਜੀ, ਟੈਸਟ ਹੁੰਦੇ ਨੇ। ਔਰ ਇਸ ਤੋਂ ਪਹਿਲਾਂ ਨਾ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਪੂਰੇ ਟੈਸਟ ਕੀਤੇ ਜਾਂਦੇ ਸੀ, ਨਾ ਕੋਈ MRI ਮਸ਼ੀਨਾਂ ਸੀਗੀਆਂ, ਨਾ ਕੋਈ ਐਕਸ-ਰੇ ਦੀਆਂ ਮਸ਼ੀਨਾਂ ਸੀਗੀਆਂ, ਔਰ ਨਾ ਹੀ ਜਿਹੜੀ ਸਰਕਾਰ ਦੇ ਵੱਲੋਂ ਦਵਾਈ ਜਾਂਦੀ ਸੀ ਉਹ ਵੀ ਨਹੀਂ ਲਿਖਦੇ ਹੁੰਦੇ ਸੀ ਪਰਚੀਆਂ ਤੇ, ਉਹ ਵੀ ਕਹਿ ਦੇਣਾ ਜੀ ਆਹ ਸਾਹਮਣੇ ਜਾ ਕੇ ਸਾਹਮਣੇ ਫਲਾਣੇ ਕਲੀਨਿਕ ਤੋਂ ਲੈ ਲਓ। ਉਹ ਕੀ ਹੁੰਦਾ ਸੀ, ਜਿਹੜਾ ਡਾਕਟਰ ਦਵਾਈ ਲਿਖਦਾ ਸੀ ਉਹ ਡਾਕਟਰ ਦੀ ਤੇ ਜਿਹੜੀ ਦੁਕਾਨ ਦੀ ਦਵਾਈ ਲਿਖਦਾ ਸੀ ਕਿ ਕਹਿੰਦਾ ਹੁੰਦਾ ਸੀ ਵੀ ਸਾਹਮਣੇ ਜਾ ਕੇ ਆਹ ਦੁਕਾਨ ਦੇ ਕੋਲੋਂ ਦਵਾਈ ਲੈ ਲਓ। ਉਹਦੀ ਡਾਕਟਰ ਦੀ ਤੇ ਉਹਦੀ ਡਾਕਟਰ ਦੀ ਆਪਸ ਦੇ ਵਿੱਚ ਕਮਿਸ਼ਨਾਂ ਦੀ ਸਾਂਝ ਹੁੰਦੀ ਸੀ। ਹੁਣ ਕਮਿਸ਼ਨ ਦੀ ਗੱਲ ਚੱਲੀ ਆ ਤਾਂ ਉਹ ਕਹਿੰਦਾ ਸੀ ਮੈਂ ਦਵਾਈ ਲਿਖ ਦਿਆਂਗਾ ਤਾਂ ਤੂੰ ਇਸ ਦਵਾਈ ਦਾ ਮੈਨੂੰ ਕਮਿਸ਼ਨ ਦੇਣਾ ਹੈ। ਜਿੰਨੇ ਦਿਨ ਦੀ ਮੈਂ ਦਵਾਈ ਲਿਖਾਂਗਾ, ਜਿੰਨੇ ਮਰੀਜ਼ ਮੇਰੇ ਵੱਲੋਂ ਤੇਰੇ ਕੋਲ ਭੇਜੇ ਜਾਣਗੇ, ਉਹ ਸਾਰਾ ਟੋਟਲ ਕਰਕੇ ਸ਼ਾਮਾਂ ਨੂੰ ਮੈਂ ਉਹਦੇ ਵਿੱਚੋਂ ਕਮਿਸ਼ਨ ਲੈਣਾ। ਤਾਂ ਬਹੁਤ ਸ਼ਰਮ ਦੀ ਗੱਲ ਹੈ। ਇੱਕ ਡਾਕਟਰ ਧਰਮ ਸ਼ੇਰਗਿੱਲ, ਜਦੋਂ ਡਾਕਟਰ ਦਾ ਨਾਂ ਆ ਜਾਂਦਾ ਤਾਂ ਇੱਕ ਭਰੋਸਾ ਆ ਜਾਂਦਾ ਵੀ ਨਹੀਂ ਯਾਰ, ਜੇਕਰ ਰੱਬ ਨੇ ਜੀਵਨ ਦਿੱਤਾ ਹੈ ਤਾਂ ਉਸ ਨੂੰ ਕੁਝ ਹੁੰਦਾ ਵੀ ਹੈ ਤਾਂ ਬਚਾਉਣ ਵਾਸਤੇ ਸਾਡਾ ਡਾਕਟਰ ਹੈਗਾ, ਸਾਡੀ ਕੋਈ ਦੇਖ ਰੇਖ ਕਰਨ ਵਾਲਾ ਸਾਡਾ ਡਾਕਟਰ ਹੈਗਾ, ਸਾਨੂੰ ਦੂਜੀ ਜ਼ਿੰਦਗੀ ਦੇਣ ਵਾਲਾ ਸਾਡਾ ਡਾਕਟਰ ਹੈਗਾ। ਪਰ ਜੇਕਰ ਡਾਕਟਰ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕਰਦਾ, ਡਾਕਟਰ ਤੁਹਾਡੇ ਭਰੋਸੇ ਦੇ ਨਾਲ ਖਿਲਵਾੜ ਕਰਦਾ, ਤਾਂ ਸ਼ੇਰਗਿੱਲ ਇਦੋਂ ਬਦਕਿਸਮਤੀ ਵਾਲੀ ਗੱਲ ਮੇਰੇ ਹਿਸਾਬ ਦੇ ਨਾਲ ਨਹੀਂ ਹੈ ਕਿ ਸੂਬੇ ਦੇ ਵਿੱਚ ਹੋ ਸਕਦੀ ਹੈ। ਉਹ ਯਾਰ ਤੁਸੀਂ ਕੀ 10-10 ਰੁਪਏ ਜਿਹੜੀ ਦਵਾਈ ਮਿਲਦੀ ਉਹਦੇ ਪਿੱਛੇ ਕਮਿਸ਼ਨ ਦੀ ਗੱਲ ਕਰਦੇ? ਨਹੀਂ, ਸਰਕਾਰੀ ਡਾਕਟਰਾਂ ਦੀ ਗੱਲ ਕਰੀਏ, ਸਰਕਾਰੀ ਡਾਕਟਰਾਂ ਦੀ ਤਾਂ ਤਨਖਾਹ ਇਸ ਹਿਸਾਬ ਦੇ ਨਾਲ ਹੁੰਦੀ ਹੈ ਕਿ ਤੁਸੀਂ ਅੱਜ ਦੇ ਸਮੇਂ ਦੀ ਕੋਈ ਵਧੀਆ ਗੱਡੀ ਲਿਜਾ ਕੇ ਵੀ ਆਪਣਾ ਕੰਮਕਾਜ ਕਰੋ, 2 ਵਜੇ ਤੱਕ 3 ਵਜੇ ਤੱਕ ਆਪਣੀ ਡਿਊਟੀ ਨਿਭਾਓ, ਤਾਂ ਬਾਅਦ ਦੇ ਵਿੱਚ ਆ ਕੇ ਪਰਿਵਾਰ ਦੇ ਵਿੱਚ ਆ ਕੇ ਤੁਸੀਂ ਆਪਣੀ ਸੂਖ ਦੀ ਚੰਗੀ ਰੋਟੀ ਖਾ ਸਕਦੇ ਹੋ। ਪਰ ਫਿਰ ਵੀ ਜੇਕਰ ਤੁਹਾਡੀਆਂ ਉਹਨਾਂ ਦੇ ਵਿੱਚੋਂ ਲਾਰਾਂ ਡਿੱਗਦੀਆਂ ਨੇ ਕਿ ਅਸੀਂ 10-10 15-15 ਰੁਪਏ ਇਕੱਠੇ ਕਰਕੇ ਆਪਣਾ ਕੁਝ ਬਣਾ ਲੈਣਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਗੋਡੇ ਗਿੱਟੇ ਤੁਹਾਡੇ ਵੀ ਵਿਖਣੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਵੀ ਇਹ ਕਾਰਗੁਜ਼ਾਰੀਆਂ ਹੋਣੀਆਂ ਨੇ, ਆਉਣ ਵਾਲਾ ਸਮਾਂ ਤੁਹਾਡੇ ਤੇ ਵੀ ਇਦਾਂ ਦਾ ਆਉਣਾ ਹੈ ਕਿ ਤੁਸੀਂ ਵੀ ਕਿਸੇ ਡਾਕਟਰ ਮੂਹਰੇ ਹੱਥ ਜੋੜ ਕੇ ਬੈਠੇ ਹੋਣਾ ਕਿ ਮੈਂ ਤਾਂ ਪਸਲੀਆਂ ਦਾ ਹਾਂ, ਮੇਰੇ ਕੰਨਾਂ ਦੇ ਵਿੱਚ ਜਿਹੜੀ ਦਿੱਕਤ ਹੋ ਗਈ ਹੈ, ਮੈਂ ਤਾਂ ਕੰਨਾਂ ਵਾਲਾ ਡਾਕਟਰ ਹੈ, ਮੇਰੇ ਤਾਂ ਦਿਲ ਦੀ ਸਰਜਰੀ ਹੋਣੀ ਹੈ। ਇਹ ਚੀਜ਼ਾਂ ਸਾਰਿਆਂ ਦੇ ਉੱਤੇ ਕੁਦਰਤ ਬਹੁਤ ਬਲਵਾਨ ਹੈ, ਮੋੜ ਘੋੜ ਕੇ ਉੱਥੇ ਹੀ ਚੀਜ਼ਾਂ ਲਿਆ ਖੜਾ ਦਿੰਦੀ ਹੈ। ਸਮਾਪਤੀ ਵੱਲ ਨੂੰ ਸਮਾਂ ਵੱਧਦਾ ਹੈ। ਸੰਧੂ ਸਾਹਿਬ, ਡਾਕਟਰ ਵਿਜੇ ਸਿੰਗਲਾ ਦੇ ਉੱਤੇ ਹੋਈ ਕਾਰਵਾਈ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਕੰਨ ਖੜੇ ਹੋ ਗਏ ਹੋਣੇ ਨੇ ਕਿ ਨਾ ਭਾਈ ਹੁਣ ਨਹੀਂ ਕਰਨਾ, ਨਾ ਭਾਈ ਵੱਡੇ ਮੰਤਰੀ ਫੜ ਹੋ ਗਏ ਨੇ ਤੇ ਅਸੀਂ ਤਾਂ ਅੜਿੱਕੇ ਦੇ ਵਿੱਚ ਆਏ, ਸਾਡੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਵਕੀਲ ਕਰਨਾ ਕਿਹੜਾ। ਇਹ ਚੀਜ਼ਾਂ ਦਾ ਕਿੰਨਾ ਕੁ ਫਰਕ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲੇਗਾ, ਇਹਦੇ ਬਾਰੇ ਕੀ ਕੋਈ ਜਾਣਕਾਰੀਆਂ? ਸ਼ੇਰਗਿੱਲ, ਬਿਲਕੁਲ ਵੇਖਣ ਨੂੰ ਮਿਲੇਗਾ, ਕਿਉਂਕਿ ਜਿਹੜਾ ਛੋਟੇ ਪੱਧਰ ਦਾ ਜੇ ਭ੍ਰਿਸ਼ਟਾਚਾਰੀ ਪੈਦਾ ਹੋ ਰਿਹਾ, ਜਿਹਨੂੰ ਪਤਾ ਕਿ ਹੁਣ ਮੈਂ ਕਰਨੀ ਹੈ, ਥੋੜਾ ਸਮਾਂ ਹੀ ਸੈੱਟ ਕਰ ਰਿਹਾ, ਔਰ ਕੈਬਨਿਟ ਮਿਨਿਸਟਰ ਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ, ਤਾਂ MLA ਤਾਂ ਹੁਣ ਸਤਰਕ ਹੋ ਗਏ ਨੇ ਵੀ ਭਾਈ ਨਹੀਂ, ਹੁਣ ਨਹੀਂ ਗੱਲ ਬਣਨੀ, ਕਿਉਂਕਿ ਸਾਨੂੰ ਤਾਂ ਐ ਝਟਕਾਉਣਾ, ਉਹ ਤਾਂ ਫਿਰ ਕੈਬਨਿਟ ਮੰਤਰੀ ਸੀਗਾ, ਉਹਨੂੰ ਤਾਂ ਫਿਰ ਵੀਡੀਓ ਪਾ ਕੇ ਜਾਰੀ ਕੀਤਾ, ਤੁਹਾਡੀ ਏਰੀ ਤਾਂ ਸਿਰਫ ਤੁਹਾਨੂੰ ਨੋਟੀਫਿਕੇਸ਼ਨ ਹੀ ਦੇਣਾ ਵੀ ਤੁਸੀਂ MLA ਦੀ ਹੁਣ ਮੈਂਬਰਸ਼ਿਪ ਦੇ ਵਿੱਚ ਨਹੀਂ ਰਹੇ, ਤੁਹਾਨੂੰ ਬਰਖਾਸਤ ਕੀਤਾ ਜਾਂਦਾ। ਉਹ ਤਾਂ ਫਿਰ ਇੱਕ ਵਿਜੇ ਸਿੰਗਲਾ ਸਿਹਤ ਮੰਤਰੀ ਸੀ, ਜਿਹਨੂੰ ਹਟਾਇਆ ਗਿਆ। ਇੱਕ ਵੱਡਾ ਅਹੁਦਾ ਹੁੰਦਾ ਹੈ ਕੈਬਨਿਟ ਮਿਨਿਸਟਰ। ਪੰਜਾਬ ਦੀ ਸਰਕਾਰ ਜਦੋਂ ਬਣਦੀ ਹੈ ਤਾਂ ਮੰਤਰੀ ਜਿਹੜੇ ਉਹ ਵਜ਼ੀਰ ਮੰਨੇ ਜਾਂਦੇ ਨੇ, ਮੁੱਖ ਮੰਤਰੀ ਦੇ। ਪੰਜਾਬ ਦੀ ਜਿਹਦੀ ਵਾਗਡੋਰ ਜਿਹਦੇ ਹੱਥ ਦੇ ਵਿੱਚ ਹੁੰਦੀ ਆ, ਮੁਖੀ ਦੇ ਹੱਥ ਦੇ ਵਿੱਚ, ਉਹਦੇ ਮੇਨ ਸਲਾਹਕਾਰ ਮੰਨੇ ਜਾਂਦੇ ਨੇ, ਵਜ਼ੀਰ ਮੰਨੇ ਜਾਂਦੇ ਨੇ। ਵੱਖ-ਵੱਖ ਵਿਭਾਗ ਤੁਸੀਂ ਸਾਂਭਦੇ ਹੋ, ਔਰ ਤੁਹਾਡੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਤੁਸੀਂ ਜੇਕਰ ਕਮਿਸ਼ਨ ਮੰਗਦੇ ਹੋ, ਲੋਕਾਂ ਨੇ ਤੁਹਾਡੇ ਤੇ ਆਸ ਜਗਾਈ ਹੈ, ਤੁਹਾਨੂੰ ਪੰਜਾਬ ਦੀ ਵਾਗਡੋਰ ਤੁਹਾਡੇ ਹੱਥ ਫੜਾਈ ਹੈ, ਔਰ ਮਾਨ ਸਾਹਿਬ ਨੇ ਤਾਂ ਤੁਹਾਨੂੰ ਸਿਹਤ ਮੰਤਰਾਲੇ ਦੀ ਵਾਗਡੋਰ ਫੜਾਈ ਸੀ। ਬਹੁਤ ਸੀਨੀਅਰ ਅਜਿਹੇ ਲੋਕਾਂ ਨੂੰ ਪਿੱਛੇ ਰੱਖ ਕੇ, ਜਿਹੜੇ ਲੋਕਾਂ ਦੀ ਬਣਦੀ ਉੱਥੇ ਸਥਿਤੀ ਸੀ ਕਿ ਉਹ ਉਸ ਦੇ ਵਿੱਚ ਨਿਰਭਰ ਹੋਣ, ਉਹਨਾਂ ਨੂੰ ਇਹ ਅਹੁਦੇ ਦਿੱਤੇ ਜਾਣ। ਉਹਨਾਂ ਤੋਂ ਬਾਅਦ ਪਹਿਲੀ ਵਾਰੀ MLA ਬਣੇ, ਪਹਿਲੀ ਵਾਰੀ ਮੰਤਰੀ ਬਣਾ ਦਿੱਤੇ ਗਏ ਤੇ 21% ਉਹਨਾਂ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ ਤੇ ਹੜੱਪੇ ਗਏ। ਬਿਲਕੁਲ। ਹੁਣ MLA ਵੀ ਸਤਰਕ ਹੋ ਗਏ ਹੋਣੇ ਨੇ, ਔਰ ਜਿਹੜੇ ਛੋਟੇ ਲੈਵਲ ਦੇ ਪੰਚ ਸਰਪੰਚ ਨੇ ਜਾਂ ਕੋਈ ਹੋਰ ਅਧਿਕਾਰੀ ਹੈ ਸਰਕਾਰੀ, ਉਹ ਤਾਂ ਸਤਰਕ ਹੈਗਾ ਹੀ ਹੈਗਾ ਵੀ ਹੁਣ ਨਹੀਂ, ਸਰਕਾਰ ਆ ਗਈ ਹੈ, ਸਾਨੂੰ ਚੁਕੰਨੇ ਰਹਿਣਾ ਪੈਣਾ, ਔਰ ਇਦਾਂ ਦਾ ਕੰਮ ਜਿਹੜਾ ਕਰਨਾ ਹੋਣਗੇ। 2-4 ਅਜੇ ਵੀ ਹੋਣਗੇ, ਕਿਉਂਕਿ ਐਡੀ ਛੇਤੀ ਸਿੱਧਾ ਨਹੀਂ ਹੁੰਦਾ। ਇੱਕ ਵਾਰੀ ਇਹ ਖੂਨ ਲੱਗਣ ਵਾਲੀ ਗੱਲ ਹੈ, ਸ਼ੇਰ ਦੇ ਮੂੰਹ ਨੂੰ ਰਿਸ਼ਵਤ ਲੱਗ ਜਾਏ ਤੇ ਕਹਿੰਦਾ ਵੀ ਸਰਕਾਰੀ ਮੁਲਾਜ਼ਮ ਦਾ ਤਾਂ ਸਰੀਰ ਹੀ ਇਦਾਂ ਦਾ ਹੋ ਜਾਂਦਾ ਕਿ ਜੇਕਰ ਰਿਸ਼ਵਤ ਨਾ ਲਵੇ ਤਾਂ ਚੱਲਦਾ ਹੀ ਨਹੀਂ। ਇਹ ਜਿਹੜੀਆਂ ਭਾਵਨਾਵਾਂ ਜਿਹੜੀਆਂ ਬਣੀਆਂ ਹੋਈਆਂ ਸੀਗੀਆਂ ਲੋਕਾਂ ਦੀ ਇੱਕ ਸੋਚ ਬਣ ਚੁੱਕੀ ਸੀ ਵੀ ਸਰਕਾਰੀ ਮੁਲਾਜ਼ਮ ਹੈ, ਇਹਨੂੰ
ਰਿਸ਼ਵਤ ਦਓਗੇ ਤਾਂ ਕੰਮ ਹੋਣਾ, ਨਹੀਂ ਤਾਂ ਹੋਣਾ ਹੀ ਨਹੀਂ। ਤਾਂ ਉਹ ਜਿਹੜੀ ਸੋਚ ਹੈ, ਮੈਂ ਸ਼ੁਕਰਗੁਜ਼ਾਰ ਹਾਂ ਇਸ ਮਾਨ ਸਾਹਿਬ ਦੇ ਇਸ ਫੈਸਲੇ ਦੀ, ਮੈਂ ਸ਼ਲਾਘਾ ਕਰਦਾ ਹਾਂ ਕਿ ਇੱਕ ਵੱਡਾ ਫੈਸਲਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਉਹਨਾਂ ਲਿਆ। ਇੱਕ ਵੱਡੀ ਕਰਪਸ਼ਨ ਹੋਣ ਵਾਲੀ ਸੀ ਜਿਹਦੇ ਉੱਪਰ ਠੱਲ ਪੈ ਗਈ ਹੈ ਕਰੋੜਾਂ ਦੇ ਹਿਸਾਬ ਦੇ ਨਾਲ, ਔਰ ਖਾਸ ਕਰਕੇ ਸਿਹਤ ਵਿਭਾਗ ਦੇ ਵਿੱਚ ਇਹੋ ਜਿਹੀ ਗੱਲ ਹੋ ਰਹੀ ਸੀ। ਤਾਂ ਮਾਨ ਸਰਕਾਰ ਜ਼ਰੂਰ ਇਸ ਗੱਲ ਦੇ ਵਾਸਤੇ ਵਧਾਈ ਦੀ ਪਾਤਰ ਹੈ। ਔਰ ਜਿਹੜੇ ਛੋਟੇ ਪੱਧਰ ਦੇ ਲੋਕ ਆ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਾਂਗਾ ਕਿ ਗਰੀਬ ਇਨਸਾਨ ਦਾ ਖੂਨ ਪੈਣਾ ਬੰਦ ਕਰ ਦਿਓ। ਕੀ ਗੱਲ ਤੁਹਾਡੀਆਂ 70 ਹਜ਼ਾਰ ਲੱਖ ਰੁਪਈਆ 1.5 ਲੱਖ ਰੁਪਈਆ ਤਨਖਾਹਾਂ ਘੱਟ ਪੈਂਦੀਆਂ ਨੇ? ਜੇ ਘੱਟ ਪੈਂਦੀਆਂ ਤਾਂ ਸਰਕਾਰ ਨੂੰ ਦੱਸ ਦਿਓ ਵੀ ਭਾਈ ਸਾਡੇ ਹੋਰ ਵਧਾ ਦਿਓ, ਅਸੀਂ ਕਰਪਸ਼ਨ ਨਹੀਂ ਲੈਂਦੇ, ਅਸੀਂ ਰਿਸ਼ਵਤ ਨਹੀਂ ਲੈਂਦੇ, ਅਸੀਂ ਗਰੀਬ ਦਾ ਖੂਨ ਨਹੀਂ ਚੂਸਦੇ, ਤੁਸੀਂ ਸਾਡੀ ਤਨਖਾਹ ਹੀ ਵਧਾ ਦਿਓ। ਸ਼ਿਰਕਤ ਜੇਕਰ ਪਟਵਾਰੀ ਵਿਭਾਗ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜ਼ਿਮੀਂਦਾਰ ਔਖੇ ਨੇ। ਮੈਨੂੰ ਕੰਮ ਸੀਗਾ ਤਹਿਸੀਲ ਦੇ ਵਿੱਚ, ਤਾਂ ਮੈਂ ਅੱਖੀਂ ਬੰਦੇ ਰੋਂਦੇ ਵੀ ਵੇਖੇ ਨੇ। ਔਰ ਇੱਥੋਂ ਤੱਕ ਹਾਲਾਤ ਇੱਕ ਕਿਸਾਨ ਦੇ ਬਣ ਜਾਂਦੇ ਨੇ, ਜਿਹੜੇ ਵਿਚਾਰੇ ਦੇ 2 ਕਿੱਲੇ ਨੇ, ਉਹਨੂੰ ਇੰਨੇ ਕੁ ਚੱਕਰ ਲਾਉਣੇ ਪੈਂਦੇ ਨੇ ਪਟਵਾਰੀਆਂ ਦੇ, ਇੰਨੀ ਕੁ ਰਿਸ਼ਵਤ ਦੇਣੀ ਪੈਂਦੀ ਆ। ਉਹ ਕਹਿੰਦਾ ਇਦੋਂ ਚੰਗਾ ਤਾਂ ਮੈਂ ਆਪਣੀ ਜ਼ਮੀਨ ਹੀ ਵੇਚ ਦਵਾਂ। ਔਰ ਮਾਂ ਹੁੰਦੀ ਹੈ ਜ਼ਮੀਨ ਇੱਕ ਕਿਸਾਨ ਦੇ ਵਾਸਤੇ, ਆਪਣੀ ਰੋਟੀ ਜਿਹੜੀ ਆ ਉੱਥੋਂ ਉਗਾਉਂਦਾ ਹੈ, ਉਸ ਨੂੰ ਵਿਦੇਸ਼ਾਂ ਤੱਕ ਭੇਜਦਾ, ਲੋਕਾਂ ਦੇ ਵਾਸਤੇ ਅੰਨ ਪੈਦਾ ਕਰਦਾ। ਤੇ ਜੇਕਰ ਉਹ ਕਵੇ ਕਿ ਮੇਰਾ ਯਾਰ ਦਿਲ ਕਰਦਾ, ਮੈਂ ਅੱਕ ਚੁੱਕਿਆ, ਜਾਂ ਤਾਂ ਮੈਂ ਫਾਹਾ ਲੈ ਲਾਂ, ਜਾਂ ਮੈਂ ਕੋਈ ਸਪਰੇਅ ਪੀ ਲਾਂ, ਜਾਂ ਫਿਰ ਮੈਂ ਆਪਣੀ ਜਿਹੜੀ ਜ਼ਮੀਨ ਹੈ, ਜਿਹੜੀ ਮਾਂ ਆ, ਉਹ ਵੀ ਵੇਚ ਦੇਵਾਂ, ਤਾਂ ਬਹੁਤ ਵੱਡੀ ਤੇ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਕਿ ਯਾਰ ਅਸੀਂ ਲੋਕਾਂ ਦਾ ਕਿੰਨਾ ਖੂਨ ਪੀ ਰਹੇ ਹਾਂ। ਓਏ ਅਸੀਂ ਕਿੰਨਾ ਕੁ ਖੂਨ ਪੀਵਾਂਗੇ? ਸਾਡੀਆਂ ਲੱਖ ਰੁਪਈਆ ਤਨਖਾਹਾਂ ਨੇ ਤੇ 500,000 ਦੇ ਨਾਲ ਅਸੀਂ ਕਿੱਡੇ ਕੁ ਚੁਬਾਰੇ ਪਾ ਲਾਂਗੇ। ਤਾਂ ਜ਼ਰੂਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਹ ਚੀਜ਼ ਨੂੰ ਬੰਦ ਕਰ ਦਿਓ। ਜੇਕਰ ਪੰਜਾਬ ਬਰਬਾਦ ਹੋ ਰਿਹਾ ਤਾਂ ਭ੍ਰਿਸ਼ਟਾਚਾਰ ਦੇ ਕਰਕੇ, ਰਿਸ਼ਵਤ ਦੇ ਕਰਕੇ। ਸਰਕਾਰ ਦੀ ਜੇਕਰ ਗੱਲ ਆਉਂਦੀ ਹੈ ਨਾ, ਸਰਕਾਰੀ ਮਹਿਕਮਾ, ਤਾਂ ਇੱਕ ਚੀਜ਼ ਆਟੋਮੈਟਿਕ ਦਿਮਾਗ ਦੇ ਵਿੱਚ ਆ ਜਾਂਦੀ ਹੈ, ਰਿਸ਼ਵਤ, ਪੈਸਾ ਧੇਲਾ ਆਉਂਦਾ ਹੀ ਆਉਂਦਾ। ਸ਼ਿਰਗਿਲ ਜੇਕਰ ਆਪਾਂ ਵੀ ਕਹਦੇ ਯਾਰ ਕੰਮ ਕਰਾਉਣਾ ਤਾਂ ਪੈਸਾ ਧੇਲਾ ਤਾਂ ਇਕੱਠਾ ਕਰ ਲਓ, ਜਾਂ ਕੰਮ ਕਰਾਉਣਾ ਜਾਂ ਕੰਮ ਦੇ ਵਾਸਤੇ ਪੈਸੇ ਲੱਗਣੇ ਆ, ਤਾਂ ਉਹ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਜਿਹੜਾ ਕਿਸਾਨ ਵਿਚਾਰਾ ਇਸ ਗੱਲ ਤੇ ਮਜਬੂਰ ਹੋ ਗਿਆ ਕਹਿਣ ਦੇ ਵਾਸਤੇ ਵੀ ਯਾਰ ਮੇਰਾ ਦਿਲ ਕਰਦਾ ਮੈਂ ਆਪਣੀ ਜ਼ਮੀਨ ਵੇਚ ਦਵਾਂ। ਨਹੀਂ, ਹੁਣ ਸਰਕਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਮੈਨੂੰ ਲੱਗਦਾ ਹੈ ਕਿ ਇਹ ਆਉਣ ਵਾਲਾ ਸਮਾਂ ਸੁਖਾਲਾ ਜ਼ਰੂਰ ਕਰ ਦੇਣਗੇ। ਆਮ ਲੋਕਾਂ ਦੇ ਲਈ ਜਿਹੜਾ ਸਰੋਂ ਦਾ ਤੇਲ ਖਾਣਾ ਮੁਸ਼ਕਲ ਹੈ, ਤੇ ਉੱਥੇ ਮੰਤਰੀਆਂ ਦੇ ਵੱਲੋਂ ਕਰੋੜਾਂ ਰੁਪਏ ਦਾ ਘਪਲਾ ਕਰਨ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਸੀ। ਤੇ ਸੰਧੂ ਸਾਹਿਬ, ਆਪਾਂ ਵਿਚਾਰ ਵਟਾਂਦਰਾ ਕੀਤਾ ਹੈ, ਲੋਕਾਂ ਦੇ ਕੋਲੋਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਵਿਚਾਰਧਾਰਾਵਾਂ ਜ਼ਰੂਰ ਦਿੱਤੀਆਂ ਜਾਣ, ਆਪਣੇ ਕਮੈਂਟ ਜਿਹੜੇ ਆ ਉਹ ਜ਼ਰੂਰ ਦਿੱਤੇ ਜਾਣ, ਤੇ ਕੀ ਸੋਚਦੇ ਵਿਚਾਰਦੇ ਨੇ ਸੀਐਮ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੈਣਾ ਹੈ, ਤੇ ਕਿੰਨਾ ਕੁ ਸੰਤੁਸ਼ਟ ਨੇ ਫਿਲਹਾਲ ਦੀਆਂ ਹੁਣ ਤੱਕ ਦੀਆਂ ਕਾਰਵਾਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ, ਇਸ ਤੋਂ ਕਿੰਨੇ ਕੁ ਸੰਤੁਸ਼ਟ ਨੇ? ਸੰਧੂ ਸਾਹਿਬ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕੀਮਤੀ ਸਮਾਂ ਦਿੱਤਾ ਹੈ। ਤੇ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਡੇ ਤੱਕ ਬਹੁਤ ਸਾਰੇ ਮੁੱਦੇ ਜਿਹੜੇ ਲੈ ਕੇ ਆਉਂਦੇ ਰਹਿੰਦੇ ਹਾਂ। ਮਗਦਾ ਮੁੱਦਾ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਸਮਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਦੇ ਰਹੋ, ਤਾਂ ਕਿ ਵਿਚਾਰ ਕਰਕੇ ਤੁਹਾਡੇ ਤੱਕ ਪਹੁੰਚਦੀਆਂ ਜਾਣਕਾਰੀਆਂ ਅਸੀਂ ਜ਼ਰੂਰ ਕਰ ਸਕੀਏ। ਇਸ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਹੁੰਦੀਆਂ ਰਹਿਣਗੀਆਂ। ਇਸ ਦੇ ਲਈ ਤੁਸੀਂ ਜੁੜੇ ਰਹੋ ਦਾ TVNRI ਦੇ ਨਾਲ। ਮੀਆਂ ਭਾਰਤੀ ਜੀ +91 9815512050 ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀਡ ਕਰਵਾਓ। ਓਪਰੀ ਹਵਾ, ਵਸ਼ੀਕਰਨ ਕਰਵਾਣਾ ਜਾਂ ਤੁੜਵਾਉਣਾ, ਪ੍ਰੇਮ ਵਿਵਾਹ, ਮਨਚਾਹਾ ਪਿਆਰ, ਲਾਟੋ, ਲਾਇਲਾਜ ਬਿਮਾਰੀ, ਪਤੀ ਪਤਨੀ ਦੇ ਝਗੜੇ, ਦੁਸ਼ਮਣ ਸੌਤਨ, ਨੌਕਰੀ ਕਾਰੋਬਾਰ, ਘਰੇਲੂ ਕਲੇਸ਼ ਅਤੇ ਕੋਰਟ ਕਚਹਿਰੀ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਵਿੱਚ ਰੁਕਾਵਟਾਂ, ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰੋ। कॉल और व्हाट्सएप यहाँ भारती जी +91 9815512050। गुरु विजय शास्त्री जी वर्ल्ड फेमस लुधियाना वाले, कॉल यहाँ व्हाट्सएप करो +91 981551565151। ਕੀ ਤੁਸੀਂ ਪਰੇਸ਼ਾਨ ਹੋ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ? ਚਿੰਤਾ ਨਾ ਕਰੋ, ਤੁਹਾਡੀ ਕਿਸਮਤ ਜਾਗ ਰਹੀ ਹੈ। 101% ਗਰੰਟੀਡ। ਸਪੈਸ਼ਲਿਸਟ ਇਨ ਲਵ ਮੈਰਿਜ, ਵਿਆਹ 'ਚ ਰੁਕਾਵਟ, ਰਾਜ ਦਰਬਾਰ 'ਚ ਚਿੱਤ ਵਸ਼ੀਕਰਨ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ 'ਚ ਅਣਬਣ, ਘਰੇਲੂ ਕਲੇਸ਼, ਨੌਕਰੀ ਕਾਰੋਬਾਰ, ਬੱਚਿਆਂ ਦੀ ਪੜ੍ਹਾਈ ਅਤੇ ਮਨਮਰਜ਼ੀ, ਵਿਦੇਸ਼ ਯਾਤਰਾ, ਕਰਜ਼ਾ ਮੁਕਤੀ, ਲੋਟਰੀ, ਬੇਔਲਾਦ। ਇੱਕ ਵਾਰ ਕਾਲ ਜਾਂ WhatsApp ਜ਼ਰੂਰ ਕਰਨ। ਗੁਰੂ ਵਿਜੇ ਸ਼ਾਸਤਰੀ ਜੀ +91 9815156151।